ਤੇ ਗੁਲਸ਼ਨ ਕੁਮਾਰ ਨੂੰ ਛੱਡਣ ਵਾਸਤੇ 2 ਲੱਖ ਰੁਪਏ ਦੀ ਮੰਗ ਕੀਤੀ। ਅੱਛਾ ਜੀ। ਕਹਿੰਦੇ ਵੀ 2 ਲੱਖ ਰੁਪਇਆ ਲੈ ਜਾਓ, ਲੈ ਆਓ ਤੇ ਮੁੰਡਾ ਆਪਣਾ ਛਡਾ ਕੇ ਲੈ ਜਾਓ। 22 ਜੁਲਾਈ 1993 ਤੜਕੇ 4 ਵਜੇ ਇਹਨਾਂ ਪਲਾਸ ਵਾਲੀ ਡਰੇਨ ਤੇ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਤੇ ਉੱਥੇ ਬਾਹਰ ਚਾਹ ਪਾਣੀ ਲੈ ਗਏ ਤੜਕੇ ਅਸੀਂ ਤੇ ਉੱਥੇ ਇੱਕ ਮੁਲਸ਼ੀ ਖਲੋਤਾ, ਸੰਤਰੀ ਖਲੋਤਾ ਸੀ। ਕਹਿੰਦਾ ਸੀ ਬਾਪੂ ਅੱਜ ਤੋਂ ਬਾਅਦ ਰੋਟੀ ਪਾਣੀ ਲਿਆਈ, ਤੇਰੇ ਮੁੰਡੇ ਦੀ ਲਾਸ਼ ਹਸਪੀਟਲ ਪਈ ਆ ਵੀ ਜੇ ਤੂੰ ਕਿਸੇ ਵਿਅਕਤੀ ਕੋਲ ਆਦੀ ਸ਼ਿਕਾਇਤ ਕੀਤੀ ਜਾਂ ਕਿਤੇ ਗਿਆ ਤੇ ਤੇਰਾ ਸਾਰਾ ਟੱਬਰ ਮਾਰ ਕੇ ਹਰੀਕੇ ਦਿਆ ਡੋਲ ਦਾਂਗੇ। ਇਹ ਡੀਐਸਪੀ ਦਿਲਬਾਗ ਸਿੰਘ ਨੇ ਮੇਰੇ ਪਾਪਾ ਜੀ ਨੂੰ ਵਚਨ ਕਹੇ ਤੇ ਉਹਨਾਂ ਨੇ ਜਦੋਂ ਪਹਿਲੀ ਤਰੀਕ ਪਈ ਤੇ ਉਹਨਾਂ ਦੇ ਪੁਲਿਸ ਵਾਲੇ ਗੇਟ ਤੇ ਖਲੋਤੇ ਉਹਨਾਂ ਕਹਿਤਾ ਵੀ ਇਹ ਬੰਦੇ ਨੂੰ ਅੰਦਰ ਨਾ ਆਉਣ ਦਿਓ। ਇਹ ਜਦੋਂ ਕਟਹਿਰੇ 'ਚ ਖੜੇ ਹੋਏ ਮੁਲਾਜ਼ਮ ਤੇ ਇਹ ਅੰਦਰ ਨਹੀਂ ਪਾਪਾ ਜੀ ਨੂੰ ਲੰਘਣ ਦਿੰਦੇ ਸੀ ਮੁਲਾਜ਼ਮ ਤੇ ਪਾਪਾ ਜੀ ਲੱਤ ਟੁੱਟੀ ਸੀ ਤੇ ਮੈਂ ਕਿ ਰੋਲਾ ਪਾਇਆ। ਜੱਜ ਨੇ ਸੁਣ ਲਿਆ ਤੇ ਜੱਜ ਦਾ ਕੀ ਗੱਲ ਹੈ, ਮੈਂ ਆਂਦੇ ਜੀ ਮੇਰਾ ਬੱਚਾ ਮਾਰਿਆ, ਮੈਨੂੰ ਅੰਦਰ ਨਹੀਂ ਆਉਣ ਦਿੰਦੇ। ਆਂਦਾ ਜੀ ਅੰਦਰ ਆਉਣ ਦਿਓ ਇਹਨਾਂ ਨੂੰ। ਤੇ ਸਾਹਮਣੇ 4 ਕਮਰੇ ਸੀ। ਇਹ ਰਾਤ ਨੂੰ ਧੀਆਂ ਭੈਣਾਂ ਪੈ ਕਿੱਥੋਂ ਫੜ ਕੇ ਲਿਆਉਂਦੇ ਸੀ। ਇਹ ਅਲਫ ਨੰਗੀਆਂ ਕਰਕੇ ਬਾਹਾਂ ਬੰਨ੍ਹ ਕੇ ਐਵੇਂ ਬਾਹਾਂ ਬੰਨ੍ਹਦੇ ਸੀ ਤਾਂ ਲੱਤਾਂ ਚੌੜੀਆਂ ਕਰਕੇ ਤੇ ਉਹਨਾਂ ਦੇ ਗੁਪਤ ਅੰਗਾਂ ਦੇ ਸ਼ੇਰਖਾਨੀਆਂ ਕਰਦੇ ਸੀ। ਇਹਦੇ ਵਿੱਚ ਇੱਕ ਡੀਐਸਪੀ ਦਿਲਬਾਗ ਸਿੰਘ ਸੀ, ਇੱਕ ਗੁਰਬਚਨ ਸਿੰਘ ਸੀ, ਇੱਕ ਦਵਿੰਦਰ ਸਿੰਘ ਸੀ ਤੇ ਇੱਕ ਅਰਜਨ ਸਿੰਘ ਸੀ। ਹੁਣ ਇਸ ਵੀਡੀਓ ਨੂੰ ਜਿੰਨੀ ਦੁਨੀਆ ਵੀ ਵੇਖ ਸੁਣ ਰਹੀ ਹੈ, ਇਹਨੂੰ ਇੰਨਾ ਜ਼ਿਆਦਾ ਸ਼ੇਅਰ ਕਰਨਾ ਜੇ ਕਿ ਡੀਐਸਪੀ ਦਿਲਬਾਗ ਸਿੰਘ ਦੀ ਧੀ ਸੁਣੇ, ਇਹ ਗੁਰਬਚਨੇ ਥਾਣੇਦਾਰ ਦੀ ਵੀ ਧੀ, ਉਹਦੀ ਭੈਣ, ਉਹਦੀ ਮਾਂ ਸੁਣੇ। ਯਾਰ ਇਹ ਕੋਈ ਤਰੀਕਾ? ਇਨਸਾਨ ਦੇ ਰੂਪ ਦੇ ਵਿੱਚ ਰਾਖਸ਼ ਸੀਗੇ ਇਹ ਲੋਕ। ਅਦਾਲਤ ਨੇ ਜੋ ਫੈਸਲਾ ਕਰਨਾ ਉਹ ਸਤਿਗੁਰੂ ਜਾਣਦੇ ਨੇ, ਪਰ ਇੱਕ ਅਦਾਲਤ ਉੱਪਰ ਆ। ਲਾਸ਼ ਨਹੀਂ ਦਿੱਤੀ ਗੁਲਸ਼ਨ ਕੁਮਾਰ ਦੀ ਇਹਨਾਂ ਨੇ ਜੀ। ਜਦੋਂ ਫਿਰ ਪਾਪਾ ਜੀ ਗਏ ਸੀ ਨਾ ਸ਼ਮਸ਼ਾਨ ਘਾਟ ਦੇ ਵਿੱਚ, ਥੱਲੇ ਗੁਲਸ਼ਨ ਕੁਮਾਰ, ਉੱਤੇ ਕਰਨੈਲ ਸਿੰਘ, ਜਰਨੈਲ ਸਿੰਘ ਤੇ ਸਭ ਤੋਂ ਉੱਪਰ ਹਰਜਿੰਦਰ ਸਿੰਘ। ਇਹਨਾਂ ਕੋਈ ਮਿੱਟੀ ਦਾ ਤੇਲ ਪਾਇਆ, ਕੋਈ ਲੱਕੜਾਂ ਪਾਈਆਂ, ਕੋਈ ਟਾਇਰ ਪਾ ਕੇ ਅੱਗ ਲਾਤੀ। ਇਹ ਇਸ ਤਰ੍ਹਾਂ ਹੀ ਮਾਵਾਂ ਦੇ ਪੁੱਤ ਗ੍ਰਿਫਤਾਰ ਕਰਕੇ ਉਹਨਾਂ ਕੋਲ ਪੈਸੇ ਵੀ ਲੈ ਲਏ ਤੇ ਉਹਨਾਂ ਦੇ ਪੁੱਤ ਵੀ ਮਾਰਤੇ। 3 ਕਰੋੜ ਰੁਪਇਆ ਦਿੰਦਾ ਡੀਐਸਪੀ ਦਿਲਬਾਗ ਸਿੰਘ। ਇਹ ਆਫਰ ਉਹਨਾਂ ਦਾ ਮੂੰਹੋਂ ਆ, ਮੇਰੇ ਜੀਜੇ ਦੇ ਬ੍ਰਦਰ ਦੇ ਮੂੰਹੋਂ। ਅੱਛਾ। 3 ਕਰੋੜ ਰੁਪਇਆ ਦੇ ਨਾਲ ਸਰਕਾਰੀ ਨੌਕਰੀ ਦਿੰਦਾ ਸੀ। ਇਨਸਾਨੀਅਤ ਦੇ ਨਾਤੇ ਕੋਈ ਵੀ ਪੁਲਿਸ ਅਫਸਰ ਇਹ ਗੱਲ ਸੁਣਦਾ ਤੇ ਕਿਤੇ ਨਾ ਕਿਤੇ ਇਹ ਗੱਲ ਸੋਚਿਓ ਵੀ ਕੋਈ ਪਤਾ ਨਹੀਂ ਜੇ ਲੱਗਦਾ ਪੁਲਿਸ 'ਚ ਰਹਿੰਦਿਆਂ ਕਿਹੜੇ ਵੇਲੇ ਕਹਿੰਦੇ ਮੁਲਾਜ਼ਮ ਤੇ ਮੁਲਜ਼ਮ ਸਿਰਫ ਇੱਕ ਕੰਨੇ ਦਾ ਫਰਕ ਆ। PTN 24 ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋ ਕੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਹੁੰਚੇ ਹਾਂ ਜੀ ਤਰਨਤਾਰਨ ਸਾਹਿਬ ਦੇ ਜੰਡਿਆਲਾ ਰੋਡ ਗਲੀ ਦਰਸ਼ਨ ਸਿੰਘ ਵਾਲੇ 'ਚ। ਇੱਥੇ ਬਾਪੂ ਚਮਨ ਲਾਲ ਜੀ ਦਾ ਘਰ ਹੈ, ਜਿਹੜੇ ਕਿ 2016 ਦੇ ਵਿੱਚ ਇਨਸਾਫ ਦੀ ਜੰਗ ਲੜਦਿਆਂ ਹੋਇਆਂ 100 ਸਾਲ ਦੀ ਉਮਰ ਭੋਗ ਕੇ ਇਸ ਦੁਨੀਆ ਤੋਂ ਰੁਖਸਤ ਹੋ ਗਿਆ। ਹੁਣ ਉਹਨਾਂ ਦਾ ਬੇਟਾ ਵੀਰ ਪ੍ਰਵੀਨ ਕੁਮਾਰ ਆਪਣੇ ਸ਼ਹੀਦ ਹੋ ਚੁੱਕੇ ਭਰਾ ਗੁਲਸ਼ਨ ਕੁਮਾਰ ਦੇ ਲਈ ਇਨਸਾਫ ਲੈਣ ਲਈ ਜਿਹੜਾ ਅੱਜ ਵੀ ਜਦੋਜਹਿਦ ਕਰ ਰਿਹਾ। ਮਾਮਲਾ ਕੋਰਟ ਦੇ ਵਿੱਚ ਆ। ਗੁਲਸ਼ਨ ਕੁਮਾਰ ਜਿਸ ਨੂੰ ਕਿ 22 ਜੁਲਾਈ 1993 ਨੂੰ ਉਸ ਸਮੇਂ ਦੇ ਕੁਝ ਪੁਲਿਸ ਅਧਿਕਾਰੀਆਂ ਵੱਲੋਂ ਘਰੋਂ ਚੁੱਕ ਕੇ ਇੱਕ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਜਿਹੜਾ ਉਸ ਨੂੰ ਖਤਮ ਕਰ ਦਿੱਤਾ ਗਿਆ ਸੀ, ਉਹਦੇ ਲਈ ਤੇ ਉਹਦੇ ਵਰਗੇ ਕਈ ਹੋਰ ਨੌਜਵਾਨਾਂ ਦੇ ਲਈ ਇਨਸਾਫ ਦੀ ਲੜਾਈ ਜਿਹੜੀ ਹੈ ਪਰਿਵਾਰ ਅੱਜ ਵੀ ਲੜ ਰਿਹਾ। ਆਓ ਤੁਹਾਨੂੰ ਮਿਲਵਾਉਂਦੇ ਹਾਂ ਜੀ ਵੀਰ ਪ੍ਰਵੀਨ ਕੁਮਾਰ ਦੇ ਨਾਲ ਤੇ ਸੁਣਦੇ ਹਾਂ ਉਸ ਸਮੇਂ ਦੀਆਂ ਹੋਈਆਂ ਬੀਤੀਆਂ ਉਸ ਪਰਿਵਾਰ ਦੇ ਨਾਲ। ਆਓ ਜੀ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਵੀਰ ਪ੍ਰਵੀਨ ਕੁਮਾਰ ਜੀ ਦੇ ਨਾਲ, ਜੋ ਕਿ ਬਾਪੂ ਚਮਨ ਲਾਲ ਜੀ ਦੇ ਸੁਪੁੱਤਰ ਨੇ। ਉਹ ਬਾਪੂ ਚਮਨ ਲਾਲ ਜੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਇਨਸਾਫ ਲੜਦਿਆਂ ਹੋਇਆਂ ਇਸ ਦੁਨੀਆ ਤੋਂ ਰੁਖਸਤ ਹੋ ਗਏ। 100 ਸਾਲ ਦੀ ਉਮਰ ਹੰਢਾਈ, ਪਰ ਅੰਤ ਸਮਾਂ ਜਿਹੜਾ ਬੜੀ ਮੁਸ਼ਕਲ ਜ਼ਿੰਦਗੀ ਜਿਹੜੀ ਉਹਨਾਂ ਨੇ ਕੱਟੀ ਆ। 1916 ਤੋਂ ਲੈ ਕੇ 2016 ਤੱਕ ਪੂਰੀ 100 ਸਾਲ ਦੀ ਜ਼ਿੰਦਗੀ। ਬਾਪੂ ਚਮਨ ਲਾਲ ਜੀ ਜੋ ਕਿ ਇੱਕ ਚੰਗੇ ਖਾਂਦੇ ਪੀਂਦੇ ਘਰ ਦੇ ਮਾਲਕ, ਚੰਗੀ ਜ਼ਮੀਨ ਜਾਇਦਾਦ ਦੇ ਮਾਲਕ, 1947 'ਚ ਉਜੜੇ। ਪਹਿਲਾਂ ਉੱਥੋਂ ਉਜੜ ਕੇ 500 ਏਕੜ ਦੇ ਕਰੀਬ ਜਿਹੜੀ ਆ ਜ਼ਮੀਨ ਉੱਥੋਂ ਜਾਇਦਾਦ ਛੱਡ ਕੇ
ਇੱਥੇ ਆ ਕੇ ਸਬਜ਼ੀ ਦੀ ਰੇਹੜੀ ਲਾ ਕੇ ਗੁਜ਼ਾਰਾ ਕੀਤਾ। ਪਤਾ ਨਹੀਂ ਕਿੱਥੇ ਕਮੀ ਰਹਿ ਗਈ, ਉਹ ਜ਼ਮੀਨ ਜਾਇਦਾਦ ਉੱਥੋਂ ਵਾਲੀ ਵੀ ਜਿਹੜੀ ਆ ਉਹ ਨਹੀਂ ਮਿਲੀ। ਇੱਕ ਵਾਰੀ ਫੇਰ ਇਹ ਦੁਬਾਰਾ ਪਰਿਵਾਰ ਉਜੜਿਆ ਇਸ ਖੜਕੂਵਾਦ ਦੇ ਦੌਰ ਦੇ ਵਿੱਚ। 1993 ਦੇ ਵਿੱਚ ਬਾਪੂ ਚਮਨ ਲਾਲ ਜੀ ਦਾ ਪੁੱਤਰ ਤੇ ਵੀਰ ਪ੍ਰਵੀਨ ਕੁਮਾਰ ਜੀ ਦਾ ਭਰਾ ਵੱਡਾ, ਜਿਸ ਨੂੰ ਕਿ ਤਰਨਤਾਰਨ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ 22 ਜੁਲਾਈ 1993 ਨੂੰ ਇੱਕ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਉਸ ਨੂੰ ਮਾਰ ਦਿੱਤਾ ਗਿਆ ਕੁਝ ਹੋਰ ਨੌਜਵਾਨਾਂ ਦੇ ਨਾਲ। ਔਰ ਇਹ ਕੇਸ ਜਿਹੜਾ CBI ਕੋਰਟ 'ਚ ਚੱਲ ਰਿਹਾ ਔਰ ਬਹੁਤ ਲੰਬੇ ਸਮੇਂ ਤੋਂ ਲਗਭਗ ਕਹਿ ਲਓ ਕਿ 28 ਸਾਲ ਹੁਣ ਹੋ ਜਾਣੇ ਆ 22 ਜੁਲਾਈ ਨੂੰ। ਅਤੇ ਇਹ 28 ਸਾਲਾਂ ਦੇ ਵਿੱਚ ਅਜੇ ਵੀ ਇੱਕ ਉਮੀਦ ਕਿ ਸ਼ਾਇਦ ਇਨਸਾਫ ਮਿਲ ਜਾਏ। ਕੁਝ ਪੁਲਿਸ ਅਫਸਰ ਸੀ ਜਿਨ੍ਹਾਂ ਨੇ ਇਸ ਏਰੀਏ ਦੇ ਵਿੱਚ ਤਰਨਤਾਰਨ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਲੱਗਿਆਂ ਅੱਤ ਕਰਾ ਦਿੱਤੀ। ਇੱਥੇ ਕੁਝ ਅਫਸਰ ਹੀ ਇਸ ਤਰ੍ਹਾਂ ਦੀ ਕੁਝ ਸਪੈਸ਼ਲ ਮਾਨਸਿਕਤਾ ਵਾਲੇ ਲਾਏ ਸਨ ਜਿਹੜੇ ਬੰਦਾ ਮਾਰ ਲਗੇ ਕੁਛ ਮਤਲਬ ਵੇਖਦੇ ਸੋਚਦੇ ਨਹੀਂ ਸੀ। ਆਓ ਗੱਲਬਾਤ ਕਰਦੇ ਹਾਂ ਜੀ ਵੀਰ ਪ੍ਰਵੀਨ ਕੁਮਾਰ ਜੀ ਨਾਲ ਕਿ ਇਸ ਪਰਿਵਾਰ ਦੇ ਬਾਰੇ ਕੋਈ ਜਾਣਕਾਰੀ ਹਾਸਲ ਕਰਦੇ ਹਾਂ। ਪ੍ਰਵੀਨ ਕੁਮਾਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੋਰ ਜੀ ਨਮਸਕਾਰ ਜੀ। ਨਮਸਕਾਰ ਜੀ। ਪ੍ਰਵੀਨ ਜੀ, ਮੇਰੀ ਮੁਲਾਕਾਤ ਮੈਂ ਪਹਿਲਾਂ ਕਰ ਚੁੱਕਾ ਬਾਪੂ ਚਮਨ ਲਾਲ ਜੀ ਦੇ ਨਾਲ, ਅਤੇ ਅੱਜ ਦੀ ਡੇਟ ਦੇ ਵਿੱਚ ਹੁਣ ਤੁਸੀਂ ਗਵਾਹ ਹੋ ਇਸ ਕੇਸ ਦੇ, ਅਤੇ ਪਹਿਲਾਂ ਤਾਂ ਦੱਸੋ ਵੀ ਹੋਇਆ ਕੀ ਸੀ। ਇਹ 22 ਜੁਲਾਈ 1993 10:30 ਵਜੇ ਰਾਤ ਦੀ ਗੱਲ ਹੈ। DSP ਦਿਲਬਾਗ ਸਿੰਘ, ਗੁਰਬਚਨ ਸਿੰਘ, ਦਵਿੰਦਰ ਸਿੰਘ, ਅਰਜਨ ਸਿੰਘ ਤੇ ਪ੍ਰਵੀਨ ਕੁਮਾਰ ਤੇ ਸੁਭਾਸ਼ ਗਨਮੈਨ ਤੇ ਹੋਰ 20-25 ਨੌਜਵਾਨ ਆਏ ਤੇ ਉਹਨਾਂ ਨੇ ਜੋ ਅਸੀਂ ਸਾਰੇ ਵਿਹੜੇ ਵਿੱਚ ਸੁੱਤੇ ਪਏ ਹਾਂ ਤੇ ਗੁਲਸ਼ਨ ਕੁਮਾਰ ਅੰਦਰ ਕਮਰੇ ਵਿੱਚ ਸੁੱਤਾ ਪਿਆ ਸੀ। ਇਹਨਾਂ ਜੋ ਦੀਆਂ ਆ ਕੇ ਬੂਹਾ ਖੜਕਾਇਆ ਵਾ ਤੇ ਡੈਡੀ ਮੇਰੇ ਬੂਹਾ ਖੋਲ੍ਹਿਆ ਸਾਰੀ ਕੁਛ ਪੁਲਿਸ ਮੁਲਾਜ਼ਮ ਕੰਧਾਂ ਛੋਟੀਆਂ ਸੀ ਤੇ ਕੰਧਾਂ ਉੱਤੇ ਚੜ੍ਹ ਗਏ ਤੇ ਕੁਝ ਕੰਧਾਂ ਰਾਹੀਂ ਉੱਪਰ ਤੱਲਿਆ ਘਰ ਆ ਗਏ ਤੇ ਇਹਨਾਂ ਨੇ ਬੂਹਾ ਪਾਪਾ ਜੀ ਨੇ ਬੂਹਾ ਖੋਲ੍ਹਿਆ ਵਾ ਤੇ ਉਹਨਾਂ ਨੂੰ ਧੱਕਾ ਮਾਰਤਾ DSP ਦਿਲਬਾਗ ਸਿੰਘ ਨੇ ਤੇ ਪੁੱਛਿਆ ਗੁਲਸ਼ਨ ਕੁਮਾਰ ਕਿੱਥੇ ਆ ਤੇ ਮੈਂ ਪਾਪਾ ਜੀਆਂ ਤੇ ਵੀ ਉਹ ਅੰਦਰ ਸੁੱਤਾ ਵਾ। ਅੰਦਰ ਜਾ ਕੇ ਉਹਨੂੰ ਤੇ ਬਾਹਰ ਬਾਹਾਂ ਬਣ ਕੇ ਚਿੱਟੀ ਚੁੰਨੀ ਨਾਲ ਤੇ ਲਾਗੇ ਕਈ ਦੇ ਦਸਤਾ ਪਿਆ ਸੀ, ਉਹਨਾਂ ਕੁੱਟਣਾ ਸ਼ੁਰੂ ਕਰਤਾ ਤੇ ਉਹਦੀ ਜਦੋਂ ਕੁੱਟਣਾ ਸ਼ੁਰੂ ਕੀਤਾ ਵਾ ਤੇ ਵਾਜਾਂ ਵੂਜਾਂ ਆਈਆਂ ਤੇ ਸਾਰੇ ਮਹੱਲੇ ਵਾਲੇ ਇਕੱਠੇ ਹੋ ਕੇ ਬੂਹੇ ਲਗਾਏ ਆ ਤੇ ਇਹਨਾਂ ਪੁਲਿਸ ਵਾਲੇ ਅੰਦਰ ਨਹੀਂ ਵੜਦੇ ਤਾਂ ਮਹੱਲੇ ਵਾਲਿਆਂ ਨੂੰ ਤੇ ਕਹਿੰਦੇ ਵੀ ਤੁਸੀਂ ਇਹਨਾਂ ਗਰੀਬਾਂ ਨੂੰ ਕੁੱਟਣ ਕਿਉਂ ਦੇ ਜੇ, ਵਜ੍ਹਾ ਦੱਸੋ ਹੈਂ। ਤੇ ਉਸ ਤੋਂ ਬਾਅਦ ਕੁੱਟ ਕੇ ਅੰਦਰੋਂ ਤੇ ਚਿੱਟੀ ਚੁੰਨੀ ਨਾਲ ਬਾਹਾਂ ਬੰਨੀਆਂ ਵਾ, ਬਾਹਾਂ ਬਣ ਕੇ ਵਿਹੜੇ 'ਚ ਲੈ ਆਏ ਆ ਤਾਂ ਅਸੀਂ ਵੀ ਸਾਰੇ ਹਾਂ। ਤੇ ਜਿਹੜੀ ਇੰਦਰਜੀਤ ਦੀ ਭੈਣ ਜਿਹਦੀ ਪਰਸੋਂ ਡੈਥ ਹੋ ਚੁੱਕੀ ਆ ਉਹ ਵੀ ਕੇਸ ਦੀ ਗਵਾਹ ਵਾ, ਉਹਨੂੰ ਵੀ ਨਾਲ ਖੜਨ ਦੀ ਕੋਸ਼ਿਸ਼ ਕੀਤੀ ਆ। MC ਆਇਆ ਮਹੱਲੇ ਦਾ, ਸਾਰੇ ਮਹੱਲੇ ਵਾਲੇ ਆਏ ਵੀ ਇਹਨਾਂ ਦਾ ਕਸੂਰ ਦੱਸੋ ਕੀ ਗਰੀਬਾਂ ਦਾ, ਇਹ ਤਾਂ ਸਬਜ਼ੀ ਵੇਚ ਕੇ ਗੁਜ਼ਾਰਾ ਕਰਦੇ ਆ ਤੇ ਅੱਗੋਂ ਆਂਦੇ ਵੀ ਇਹ ਸਾਰਾ ਪਰਿਵਾਰ ਚੋਰੀਆਂ ਕਰਦਾ ਵਾ। ਤੇ MC ਖੁਦ ਸਾਨੂੰ ਅਸੀਂ ਜੋ ਜਾਣਦੇ ਸਾਂ ਗਲੀ ਦੇ ਵਿੱਚ ਨਾਲ ਪੁਲਿਸ ਵਾਲੇ ਸਾਰੇ DSP ਦਿਲਬਾਗ ਸਿੰਘ ਹੀ, ਸਾਰੇ SH ਗੁਰਬਚਨ ਸਿੰਘ ਹੀ, ਦਵਿੰਦਰ ਸਿੰਘ ਹੀ ਤੇ ਅਰਜਨ ਸਿੰਘ SI, ਪ੍ਰਵੀਨ ਕੁਮਾਰ ਸੀ ਸਿਪਾਹੀ ਤੇ ਇਹਦਾ ਗਨਮੈਨ ਸੀ ਹੰਸਰਾਜ ਹੰਸ। ਤੇ ਜਦੋਂ ਸੜਕ ਤੇ ਗਏ ਆ ਤੇ ਉੱਥੇ 2 ਜਿਪਸੀਆਂ ਲੱਗੀਆਂ ਹੋਈਆਂ ਸੀ। ਇੱਕ ਜਿਪਸੀ 'ਚ ਗੁਲਸ਼ਨ ਕੁਮਾਰ ਨੂੰ ਪਾ ਲਿਆ, ਇੱਕ ਜਿਪਸੀ ਸਾਨੂੰ ਪਾ ਲਿਆ, ਪ੍ਰਵੀਨ ਕੁਮਾਰ ਨੂੰ ਪਾ ਲਿਆ, ਬੋਵੀ ਕੁਮਾਰ ਨੂੰ ਪਾ ਲਿਆ ਤੇ ਬਲਵਿੰਦਰਵਾਨ ਕੁਮਾਰ ਆ ਤੇ ਇੰਦਰਜੀਤ ਭੈਣ ਜਿਹਨੇ ਅੱਜ ਡੈਥ ਹੋ ਗਈ ਉਹਨਾਂ ਨੂੰ ਪਾ ਲਿਆ। ਉਸ ਤੋਂ ਬਾਅਦ ਮਹੱਲੇ ਵਾਲੇ ਭੱਜੇ ਪਿੱਛੇ ਗਏ ਵੀ ਅਸੀਂ ਕੁੜੀ ਨਹੀਂ ਜਾਣ ਦੇਣੀ, ਅਸੀਂ ਕੁੜੀ ਨਹੀਂ ਜਾਣ ਦੇਣੀ। ਤੇ ਫਿਰ ਡਾਕਟਰ ਲਾਗੇ ਸੀ, ਡਾਕਟਰ ਸਿੰਦਰਪਾਲ, ਉਹ ਸਾਰਾ ਕੁਝ ਵੇਖ ਰਿਹਾ ਸੀ ਕੋਠੇ ਤੋਂ, ਉਹਦੀ ਗਵਾਹੀ ਹੈ ਇਸ ਕੇਸ ਦੇ ਵਿੱਚ ਡਾਕਟਰ ਸਿੰਦਰਪਾਲ ਦੀ। ਤੇ ਗੁਲਸ਼ਨ ਕੁਮਾਰ ਨੂੰ ਭਾਗ ਦੇ ਥਾਣਾ ਸਿਟੀ ਲੈ ਗਿਆ ਤੇ ਸਾਨੂੰ ਜਿਪਸੀ ਭਾਗ ਦੇ ਥਾਣਾ ਟਾਊਨ ਲੈ ਗਿਆ ਤੇ ਸਾਨੂੰ ਇੱਕ ਦਿਨ ਉੱਥੇ ਇੱਕ ਰਾਤ ਟਾਊਨ ਵਿੱਚ ਰੱਖਿਆ ਵਾ। ਮੈਨੂੰ, ਪਾਪਾ ਜੀ ਨੂੰ ਤੇ ਮੇਰੇ 2 ਬ੍ਰਦਰਾਂ ਨੂੰ, ਸਿਸਟਰ ਨੂੰ ਉੱਥੇ ਛੱਡ ਦਿੱਤਾ ਗਿਆ MC ਦੇ ਕਹਿਣ ਤੇ ਸੜਕ ਤੋਂ ਹੀ। ਕਹਿੰਦਾ ਅਸੀਂ ਕੁੜੀ ਨਹੀਂ ਜਾਣਨੀ, ਤੁਸੀਂ ਇਹਨਾਂ ਨੂੰ ਖੜਨਾ, ਇਹਨਾਂ ਨੂੰ ਲੈ ਜਾਓ, ਅਸੀਂ ਕੁੜੀ ਨਹੀਂ ਜਾਣ ਦੇਣੀ। ਤੇ ਉਸ ਤੋਂ ਬਾਅਦ ਥਾਣਾ ਸਿਟੀ ਇੱਕ ਰਾਤ ਰਹੇ ਆ। ਫਿਰ ਅਣਪਛਾਤੇ ਪੁਲਿਸ ਵਾਲਿਆਂ ਨੇ ਸਾਨੂੰ ਥਾਣਾ ਸਿਟੀ ਖੜਿਆ, ਚਿਮਨ ਲਾਲ ਜੀ ਨੂੰ, ਪ੍ਰਵੀਨ ਕੁਮਾਰ ਨੂੰ, ਬੋਵੀ ਨੂੰ ਤੇ ਬਲਵਿੰਦਰ ਕੁਮਾਰ ਨੂੰ ਅੰਦਰ ਦਿੱਤਾ। ਤੇ MC ਗਿਆ ਮਹੱਲੇ ਦਾ ਵੀ ਤੁਸੀਂ ਇਹਨਾਂ ਨੂੰ ਛੱਡੋ, ਇਹਨਾਂ ਨੂੰ ਕੋਈ ਫੜਿਆ ਵਾ। ਕਹਿੰਦੇ ਚਲੋ ਅਸੀਂ ਛੱਡ ਦਿੰਦੇ ਹਾਂ। ਮੈਨੂੰ ਤੇ ਪਾਪਾ ਜੀ ਨੂੰ ਪਹਿਲੋਂ ਛੱਡਤਾ, ਉਸ ਤੋਂ ਬਾਅਦ ਛੋਟੇ ਮੇਰੇ ਤੋਂ ਵੱਡੇ ਭਰਾ ਬੋਵੀ ਕੁਮਾਰ ਨੂੰ ਛੱਡਤਾ, ਉਹ ਤੋਂ ਵੱਡੇ ਭਰਾ ਬਲਵਿੰਦਰ ਕੁਮਾਰ ਨੂੰ ਛੱਡਤਾ ਤੇ ਗੁਲਸ਼ਨ ਕੁਮਾਰ ਨੂੰ ਛੱਡਣ ਵਾਸਤੇ 2 ਲੱਖ ਰੁਪਏ ਦੀ ਮੰਗ ਕੀਤੀ। ਅੱਛਾ ਜੀ। ਕਹਿੰਦੇ ਵੀ 2 ਲੱਖ ਰੁਪਇਆ ਲੈ ਜਾਓ, ਲੈ ਆਓ ਤੇ ਮੁੰਡਾ ਆਪਣਾ ਛਡਾ ਕੇ ਲੈ ਜਾਓ। ਚਲੋ ਜੀ, ਡੈਡੀ ਮੇਰੇ ਕੱਪੜਾ ਵੇਚਦੇ ਸੈਂਗਲਾਂ ਦੇ ਪਿੰਡਾਂ ਡੱਗੀ ਦੇ ਗਰੀਬ ਬੰਦੇ ਆ, 2 ਲੱਖ ਰੁਪਇਆ ਨਹੀਂ ਦਿੱਤਾ ਗਿਆ ਤੇ ਇਹਨਾਂ ਨੇ ਆਖਰ ਵਿੱਚ 22 ਜੁਲਾਈ 1993 ਤੜਕੇ 4 ਵਜੇ ਇਹਨਾਂ ਪਲਾਸੋਲੀ ਡਰੇਨ ਤੇ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ। ਮਤਲਬ ਲਗਭਗ ਮਹੀਨਾ ਨਜਾਇਜ਼ ਹਿਰਾਸਤ 'ਚ ਰੱਖਿਆ, ਮਹੀਨਾ ਥਾਣੇ ਰੱਖਿਆ ਪੂਰਾ। ਉਸ ਤੋਂ ਬਾਅਦ ਫਿਰ ਡੈਡੀ ਬਾਹਰ ਕੱਪੜਾ ਵੇਚਣਗੇ, ਉਹਨੇ ਪਤਾ ਲੱਗਾ ਵੀ ਇਹਨਾਂ ਨੇ 4 ਹਿੰਦੂ ਮੁੰਡੇ ਮਾਰਤੇ ਪੁਲਿਸ ਵਾਲੇ ਗੁਰਬਚਨ ਸਿੰਘ ਨੇ
ਤੇ ਡੈਡੀ ਭੱਜੇ ਆਏ ਵੀ ਕਿਤੇ ਆਪਣਾ ਲੜਕਾ ਤੇ ਇਹ ਫਿਰ ਕਿਤੇ ਥਾਣੇ ਗਏ ਆ ਤੇ ਉੱਥੇ ਬਾਹਰ ਚਾਹ ਪਾਣੀ ਲੈ ਗਏ ਤੜਕੇ ਅਸੀਂ ਤੇ ਉੱਥੇ ਇੱਕ ਮੁਲਸ਼ੀ ਖਲੋਤਾ ਸੰਤਰੀ ਖਲੋਤਾ ਸੀ ਆਂਦਾ ਸੀ ਬਾਪੂ ਅੱਜ ਤੋਂ ਬਾਅਦ ਰੋਟੀ ਪਾਣੀ ਲਿਆਈ ਤੇਰੇ ਮੁੰਡੇ ਦੀ ਲਾਸ਼ ਹਸਪੀਟਲ ਪਈ ਆ। ਫਿਰ ਡੈਡੀ ਮੇਰੇ ਉੱਥੇ ਹੀ ਸਾਈਕਲ ਦੇ ਇੱਕ ਉਹਨਾਂ ਐਕਸੀਡੈਂਟ ਹੋਇਆ ਸੀ ਤੇ ਉਹ 'ਚ ਵਾਰੇ ਸਾਈਕਲ 'ਤੇ ਗਏ ਹਸਪੀਟਲ ਉੱਥੇ ਪੋਸਟਮਾਸਟਰ ਹੁੰਦੇ ਤੇ ਉੱਥੇ ਡਾਕਟਰ ਕਰਨੈਲ ਕੌਰ ਸੀ ਉਹਨੇ ਕਿਹਾ ਬਾਪੂ ਇਹ ਮੁੰਡਾ ਸਬਜ਼ੀ ਵੇਚਦਾ ਸੀ ਸਾਨੂੰ ਸਬਜ਼ੀ ਦੇ ਕੇ ਜਾਂਦਾ ਤੇ ਉਹਦੀ ਲਾਸ਼ ਵੀ ਅੰਦਰ ਪਈ ਆ। ਉੱਥੇ ਵੀ ਨੇ ਗੁਰਬਚਨ ਸਿੰਘ ਨੇ ਤੇ ਦਵਿੰਦਰ ਸਿੰਘ ਨੇ ਇਹਨੂੰ ਵੇਖ ਲਿਆ ਪਾਪਾ ਜੀ ਨੂੰ ਤੇ ਉੱਥੇ ਵੀ ਪਾਪਾ ਜੀ ਨਾਲ ਇਹਨਾਂ ਕੁੱਟਮਾਰ ਕੀਤੀ। ਉਸ ਤੋਂ ਬਾਅਦ ਪਾਪਾ ਜੀ ਨੂੰ ਪਤਾ ਵੀ ਇਹਨਾਂ ਨੇ ਸ਼ਮਸ਼ਾਨ ਘਾਟ ਖੜਨਾ। ਫਿਰ ਪਾਪਾ ਜੀ ਸ਼ਮਸ਼ਾਨ ਘਾਟ ਗਏ ਉੱਥੇ ਡੀਐਸਪੀ ਦਿਲਬਾਗ ਸਿੰਘ ਗੁਰਬਚਨ ਸਿੰਘ ਦਵਿੰਦਰ ਸਿੰਘ ਤੇ ਅਰਜਨ ਸਿੰਘ ਤੇ ਪ੍ਰਵੀਨ ਕੁਮਾਰ ਤੇ ਸੁਭਾਸ਼ ਗਨਮੈਨ ਉੱਥੇ ਵੀ ਇਹਨਾਂ ਨੂੰ ਕੁੜੀ ਦੀਆਂ ਵੀ ਮਾੜੀ ਬੋਲੀ ਇਹਨਾਂ ਨੇ ਪਾਪਾ ਜੀ ਨਾਲ ਵੀ ਜੇ ਤੂੰ ਕਿਸੇ ਵਿਅਕਤੀ ਕੋਲ ਆਦੀ ਸ਼ਿਕਾਇਤ ਕੀਤੀ ਜਾਂ ਕਿਤੇ ਗਿਆ ਤੇ ਤੇਰਾ ਸਾਰਾ ਟੱਬਰ ਮਾਰ ਕੇ ਹਰੀਕੇ ਦਿਆ ਡੋਲ ਦਾਂਗੇ। ਇਹ ਡੀਐਸਪੀ ਦਿਲਬਾਗ ਸਿੰਘ ਨੇ ਮੇਰੇ ਪਾਪਾ ਜੀ ਨੂੰ ਵਚਨ ਕਹੇ। ਅੱਛਾ। ਉਸ ਤੋਂ ਬਾਅਦ ਮੇਰੇ ਤਾਇਆ ਜੀ ਵਕੀਲ ਲੱਗੇ ਹੋਏ ਉਹਨਾਂ ਸਲਾਹ ਦਿੱਤੀ ਵੀ ਇੱਦਾਂ ਹਾਈ ਕੋਰਟ 'ਚ ਰਿਟਨ ਪਾਓ। ਉਹਨਾਂ ਨੇ ਫਿਰ ਹਾਈ ਕੋਰਟ ਕੇਸ ਪਾਇਆ। ਉਸ ਤੋਂ ਬਾਅਦ ਇੱਕ ਖਾਲਾ ਨੇ ਵੀ ਅਖਬਾਰ 'ਚ ਕਢਾਏ ਵੀ ਜਿਨ੍ਹਾਂ ਦੇ ਬੱਚੇ ਨਜਾਇਜ਼ ਮਾੜੇ ਆ ਉਹ ਸਾਨੂੰ ਚੰਡੀਗੜ੍ਹ ਆਣ ਕੇ ਮਿਲੋ। ਤਾਂ ਫਿਰ ਪਾਪਾ ਜੀ ਗਏ ਉੱਥੇ ਉਹਨਾਂ ਸਲਾਹ ਕੀਤੀ ਫਿਰ ਉਹਨਾਂ ਨਾਲ ਮਿਲ ਕੇ ਤੇ ਕੇਸ ਪਾਇਆ ਹਾਈ ਕੋਰਟ ਦੇ ਵਿੱਚ ਤੇ ਉਹਨਾਂ ਨੇ ਉਦੋਂ CPI ਨੂੰ ਹੁਕਮ ਸੀ ਵੀ ਖੁੱਲ੍ਹਾ ਇਨਕੁਆਇਰੀ ਕਰਨੀ ਤੇ ਉਹਨਾਂ ਨੇ ਫਿਰ ਜੰਮੂ ਕਸ਼ਮੀਰ ਵਾਲੇ ਆਏ ਘਰ CPI ਵਾਲੇ ਉਹਨਾਂ ਨੇ ਸਾਡੇ ਕੋਲ ਪੁੱਛਗਿੱਛ ਕੀਤੀ ਇੱਥੋਂ ਤੇ ਉਹ ਡਾਇਰੈਕਟਰ ਕੋਈ ਪੁੱਛਗਿੱਛ ਲੈ ਉਹ ਸਹੀ ਨਿਕਲੀ ਸਭ ਕੁਝ। ਫਿਰ ਕਿ CPI ਨੇ ਇਹਨਾਂ ਦਾ ਦਰਜ ਕੀਤਾ ਦੋਸ਼ੀ ਮੁਲਾਜ਼ਮਾਂ 'ਤੇ। ਅੱਛਾ ਮੈਨੂੰ ਇਹ ਦੱਸੋ ਵੀ ਗੁਲਸ਼ਨ ਕੁਮਾਰ ਦੇ ਕਿਤੇ ਖਾੜਕੂਆਂ ਨਾਲ ਕੋਈ ਆਉਣ ਜਾਣ ਕੋ ਸੰਬੰਧ ਹੈਗੇ ਸਨ ਕਿ ਕਿੱਦਾਂ ਲੈ ਗਈ ਉਹਨੂੰ ਖਾੜਕੂਆਂ 'ਚ ਇੱਕ ਹਿੰਦੂ ਪਰਿਵਾਰ ਦੇ ਵਿੱਚੋਂ ਇੱਕ ਸਬਜ਼ੀ ਵੇਚ ਕੇ ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ। ਇੱਥੇ ਨਾ ਇੱਕ ਮਹੱਲੇ 'ਚ ਬਲਦੇਵ ਸਿੰਘ ਕੀਲ ਸੀ। ਅੱਛਾ। ਤੇ ਜਿਹੜਾ ਰਸਤਾ ਮਾਤਾ ਗੰਗਾ ਕੋਲ ਜਾਂਦਾ ਕੁੜੀਆਂ ਜਾਂਦੀਆਂ ਤੇ ਉਹ ਕੰਜਰ ਦੀ ਕੋਈ ਔਲਾਦ ਨਹੀਂ ਸੀ। ਅੱਛਾ। ਉਹ ਨਾ ਕੁੜੀਆਂ ਨੂੰ ਛੇੜਦਾ ਸੀ। ਅੱਛਾ। ਵਕੀਲ ਕੋਈ ਬਲਵੰਤ ਸਿੰਘ ਉਹ ਕੁੜੀਆਂ ਨੂੰ ਛੇੜਦਾ ਸੀ ਤੇ ਭਰਾ ਮੇਰਾ ਸਬਜ਼ੀ ਲੈ ਕੇ ਆਉਂਦਿਆ ਸੀ ਤੇ ਉਹਨੇ ਰੋਕਿਆ ਵੀ ਤੂੰ ਇਹ ਗੱਲ ਨਾ ਕਰ ਮਹੱਲੇ ਦਾ ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਤੂੰ ਨਾ ਕਰ ਉੱਥੇ ਤੂੰ ਮੈਂ ਲੜਾਈ ਹੋਈ ਸੜਕ ਤੇ ਹੀ। ਤੇ ਉਸ ਤੋਂ ਬਾਅਦ ਮਹੀਨੇ ਬਾਅਦ ਇਹ ਆਂਦਾ ਵੀ DSP ਦਿਲਬਾਗ ਸਿੰਘ ਮੇਰਾ ਕਲਾਸ ਫੇਲੋ ਆ ਇਹਨੇ ਫਿਰ ਪੁਲਿਸ ਪਵਾਤੀ ਤੇ ਉਸੇ ਕੇਸ 'ਚ ਚੁੱਕੇ ਲੱਗੇ ਤੇ ਨਾਂ ਲਾਤਾ ਵੀ ਚੋਰੀਆਂ ਕਰਦੇ ਆ। ਮਤਲਬ ਇਹ ਸ਼ਾਇਦ ਬੜਾ ਘੱਟ ਸੁਣਨ ਨੂੰ ਮਿਲਦਾ ਵੀ ਅਕਸਰ ਇਹ ਗੱਲ ਕਹੀ ਜਾਂਦੀ ਆ ਕਿ ਸਿੱਖਾਂ ਨੇ ਹਿੰਦੂਆਂ ਦੀਆਂ ਧੀਆਂ ਭੈਣਾਂ ਦੀ ਇੱਜ਼ਤਾਂ ਦੀ ਰਾਖੀ ਕੀਤੀ ਉਹਨਾਂ ਨੂੰ ਛਡਾਇਆ ਪਰ ਇੱਕ ਹਿੰਦੂ ਨੌਜਵਾਨ ਕਾਲਜ ਜਾਣ ਵਾਲੀਆਂ ਗੁਰਸਿੱਖ ਪਰਿਵਾਰਾਂ ਦੀਆਂ ਲੜਕੀਆਂ ਆ ਉਹਦੇ 'ਚ ਸਿੱਖਾਂ ਹਿੰਦੂਆਂ ਦੀਆਂ ਕ੍ਰਿਸਚਨਾਂ ਦੀਆਂ ਸਾਰਿਆਂ ਰਲੀਆਂ ਮਿਲੀਆਂ ਧੀਆਂ ਭੈਣਾਂ ਸਾਰਿਆਂ ਦੀਆਂ ਹੁੰਦੀਆਂ ਹੋਣਗੀਆਂ ਤੇ ਉਹਨੇ ਉਸ ਵਕੀਲ ਦੀ ਗਲਤ ਕਰਤੂਤ ਦਾ ਉਹਨੇ ਮਨਾ ਕੀਤਾ ਵੀ ਤੂੰ ਇਹ ਗਲਤ ਕੰਮ ਕਰ ਰਿਹਾ ਤੇ ਉਹਦੇ ਨਾਲ ਕੋਈ ਝਗੜਾ ਵੀ ਹੋਇਆ ਇਸ ਗੱਲ 'ਚ? ਹਾਂਜੀ ਝਗੜਾ ਹੋਇਆ ਬੰਦੇ ਤੁਸੀਂ ਕੋਈ ਕਹਿੰਦਾ ਸੀ ਮਹੱਲੇ ਆ ਰਹੇ ਸਾਡੀ ਧੀਆਂ ਹੱਥੋਂ ਪਾਈ ਵੀ ਹੋਇਆ ਹੱਥੋਂ ਪਾਈ ਹੋਇਆ। ਉਸ ਤੋਂ ਬਾਅਦ ਨੇ ਵਕੀਲ ਨੇ ਵਚਨ ਬੋਲਿਆ ਵੀ DSP ਦਿਲਬਾਗ ਸਿੰਘ ਮੇਰਾ ਕਲਾਸ ਫੈਲੋ ਆ ਮੈਂ ਤੁਹਾਨੂੰ ਸਬਕ ਸਿਖਾਊਂਗਾ। ਉਸ ਤੋਂ ਬਾਅਦ ਮਹੀਨੇ ਬਾਅਦ ਸਾਡੀ ਪੁਲਿਸ ਆ ਗਈ ਆ ਤੇ ਝੂਠਾ ਨਾਲ ਆਤ ਵੀ ਚੋਰੀਆਂ ਕਰਦੇ ਆ ਤੇ ਬਾਅਦ 'ਚ ਪਤਾ ਲੱਗਾ ਵੀ ਇਹਨਾਂ ਨੇ ਫੜਾਇਆ ਵਾ। ਇਹ ਵਕੀਲ ਦਾ ਨਾਂ ਕੀ ਇਹਦਾ ਹੈਗਾ ਜੇ? ਨਹੀਂ ਇਹ ਮਰ ਗਿਆ ਮਹੀਨਾ ਹੋਇਆ ਪਹਿਲਾਂ ਮਰਿਆ ਵਾ। ਅੱਛਾ। ਮਰ ਗਿਆ ਵਕੀਲ। ਮਤਲਬ ਇੱਕ ਕਿੱਡੀ ਘਟੀਆ ਸੋਚ। ਵਕੀਲ ਇੱਕ ਪੜ੍ਹਿਆ ਲਿਖਿਆ ਹੋਊਗਾ ਪਰਿਵਾਰ ਦਾ ਕਿਉਂਕਿ ਆਮ ਬੰਦਾ ਵਕੀਲ ਨਹੀਂ ਹੁੰਦਾ ਪਰ ਕੈਸੀ ਸੋਚ ਸੀ ਉਹਦੀ ਵੀ ਉਹਨੇ ਇਸੇ ਗੱਲ ਦੇ ਵਿੱਚ ਹੀ ਆਪਣੇ ਕਿਸੇ ਯਾਰ ਦੋਸਤ DSP ਦਿਲਬਾਗ ਸਿੰਘ ਨੂੰ ਕਹਿ ਕੇ ਤੇ ਇੱਕ ਗਰੀਬ ਘਰ ਦਾ ਬੱਚਾ ਮਰਵਾਤਾ। ਫਿਰ ਇਹ ਕੇਸ ਜਿਹੜਾ ਵਾ ਮਤਲਬ ਹਾਈ ਕੋਰਟ ਦੇ ਵਿੱਚੋਂ CBI ਨੂੰ ਦੇ ਦਿੱਤਾ ਗਿਆ। CPI ਦਿੱਤੇ ਇਨਕੁਆਇਰੀ ਹੋਈ ਤੇ ਘਰ ਵੀ ਆਏ CPI ਵਾਲੇ ਸਭ ਕੁਝ ਜੋ ਪੁੱਛਦੇ ਪਾਪਾ ਜੀ ਦੱਸ ਦੇਗੇ। ਉਹਦੇ ਵਿੱਚ ਇਹ ਵਕੀਲ ਵੀ ਸ਼ਾਮਲ ਸੀਗਾ ਸਾਰੀ ਇਨਕੁਆਇਰੀ 'ਚ? ਇਹਦੇ ਵਿਰੁੱਧ ਵੀ ਦਿੱਤੀ ਦਰਖਾਸਤ? ਇਹਦੇ ਵਿਰੁੱਧ ਨਹੀਂ ਦਿੱਤੀ ਦਰਖਾਸਤ ਕਿਸੇ ਨੇ ਵੀ। ਅੱਛਾ। ਤੇ ਉਹ CPI ਅਦਾਲਤ ਵੀ ਕਿੱਦਾਂ ਤੁਹਾਡਾ ਬੱਚਾ ਮਾਰਿਆ ਕਿੰਨੇ ਨੇ ਚੁੱਕਿਆ ਕਿੰਨੇ ਵਜੇ ਚੁੱਕਿਆ ਉਹ ਪਾਪੇ ਨੇ ਸਾਰੀ ਗੱਲ ਦੱਸਤੀ। ਫਿਰ ਜਿੱਥੇ ਮੁਲਾਜ਼ਾ ਉੱਥੇ ਗਏ CPI ਵਾਲੇ ਉਹਨੇ ਜੋ ਪਾਪੇ ਕੋਲ ਨਿਸ਼ਾਨੀਆਂ ਪੁੱਛੀਆਂ ਵੀ ਕੀ ਨਿਸ਼ਾਨੀ ਕੋ ਦੋ ਤਿੰਨ ਨਿਸ਼ਾਨੀ ਰਸੋਲੀ ਸ਼ਰਟ ਕਿਹੜੀ ਪਾਈ ਸੀ ਆਹ ਰੰਗ ਦੀ ਪਾਈ ਉਹ ਤੇ ਕਿੱਟ ਕਿ ਸਹੀ ਬੋਲਦੇ ਆ। ਔਰ ਫਿਰ ਉਹਨੇ ਵੀ ਕਿਹਾ CPI ਅਦਾਲਤ ਦੇ ਉਹਨੇ ਅਫਸਰ ਨੇ ਉਹਦਾ ਬਾਪੂ ਤੇਰਾ ਮੁੰਡਾ ਤਾਂ ਨਹੀਂ ਲਿਆ ਸਕਦੇ ਤੇਰਾ ਮੁੰਡਾ ਨਜਾਇਜ਼ ਮਾਰਿਆ ਪਰ ਅਸੀਂ ਇਹਨੂੰ ਇਹੋ ਜਿਹਾ ਪਰਚਾ ਕਰਕੇ ਜਾਵਾਂਗੇ ਸਾਰੀ ਉਮਰ ਅੰਦਰ ਰਹਿਣਗੇ। ਪੁਲਿਸ ਅਫਸਰਾਂ ਦੀਆਂ ਹੁਣ ਜ਼ਮਾਨਤਾਂ ਹੋ ਗਈਆਂ ਨੇ ਬਾਹਰ ਕੇਸ ਕਿੰਨਾ ਚਿਰ ਰੁਕਿਆ ਰਿਹਾ ਹੈ? ਇਹ ਜੀ ਜਦੋਂ ਪਹਿਲੀ ਤਰੀਕ ਪਈ ਸੀ ਨਾ ਡਾਕਟਰ ਅਮਰਜੀਤ ਸਿੰਘ ਜੱਜ ਅਮਰ ਸਿੰਘ ਵਰਕ ਹੀ ਪਟਿਆਲੇ ਜੀ ਤੇ ਉਹਨਾਂ ਨੇ ਜਦੋਂ ਪਹਿਲੀ ਤਰੀਕ ਪਈ ਤੇ ਉਹਨਾਂ ਦੇ ਪੁਲਿਸ ਵਾਲੇ ਗੇਟ ਤੇ ਖਲੋਤੇ ਉਹਨਾਂ ਕਹਿਤਾ ਵੀ ਇਹ ਬੰਦੇ ਨੂੰ ਅੰਦਰ ਨਾ ਆਉਣ ਦਿਓ। ਇਹ ਜਦੋਂ ਕਟਹਿਰੇ 'ਚ ਖੜੇ ਹੋਏ ਮੁਲਾਜ਼ਮ ਤੇ ਇਹ ਅੰਦਰ ਨਹੀਂ ਪਾਪਾ ਜੀ ਨੂੰ ਲੰਘਣ ਦਿੰਦੇ ਸੀ ਮੁਲਾਜ਼ਮ ਤੇ ਪਾਪਾ ਜੀ ਲੱਤ ਟੁੱਟੀ ਸੀ ਤੇ ਮੈਂ ਕਿ ਰੋਲਾ ਪਾਇਆ ਜੱਜ ਨੇ ਸੁਣ ਲਿਆ ਤੇ ਜੱਜ ਦਾ ਕੀ ਗੱਲ ਹੈ ਮੈਂ ਆਂਦੇ ਜੀ ਮੇਰਾ ਬੱਚਾ ਮਾਰਿਆ ਮੈਨੂੰ ਅੰਦਰ ਨਹੀਂ ਆਉਣ ਦਿੰਦੇ ਆਂਦਾ ਅੰਦਰ ਆਉਣ ਦਿਓ ਇਹਨਾਂ ਨੂੰ। ਇਹ ਜਦੋਂ ਪੁੱਛਿਆ ਤਾਂ ਕੀ ਗੱਲ ਕਹਿੰਦਾ ਭਾਜੀ ਜੱਜ ਸਾਹਿਬ ਇਹਨਾਂ ਨੇ ਮੇਰਾ ਲੜਕਾ ਮਾਰਿਆ ਘਰੋਂ ਚੁੱਕ ਕੇ ਤੇ ਉਹ ਜੱਜ ਨੇ ਕੋਈ ਗੱਲ ਨਹੀਂ ਸੁਣੀ ਉਹਨੇ ਉਸੇ ਵੇਲੇ ਕਹਿ ਦਿੱਤਾ ਵੀ ਚਲੋ ਅੰਦਰ 26 ਮਹੀਨੇ ਅੰਦਰ ਰਹਿ ਚੁੱਕੇ ਪਟਿਆਲਾ ਨਾਭਾ ਜੇਲ੍ਹ ਦੇ ਵਿੱਚ। ਅੱਛਾ।
ਹਾਂਜੀ ਉਸ ਤੋਂ ਬਾਅਦ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਆਈ, ਉਸ ਤੋਂ ਬਾਅਦ ਇਹਨਾਂ ਜ਼ਮਾਨਤਾਂ ਹੋਈਆਂ ਵਾ। ਜ਼ਮਾਨਤ ਤੋਂ ਬਾਅਦ ਫਿਰ ਕੇਸ ਚੱਲ ਰਿਹਾ ਵਾ। ਇਹਨਾਂ ਨੇ ਹੁਣ ਕਿਹਾ ਵਾ ਵੀ ਜੰਮੂ ਵਾਲੀ CPI ਇਨਕੁਆਇਰੀ ਨਹੀਂ ਕਰ ਸਕਦੀ। ਅੱਛਾ ਤੇ ਉਦੋਂ ਜੱਜ ਦੇ ਹੁਕਮ ਵੀ ਖੁੱਲੀ CPI ਕਰਤੀ ਵੀ ਖੁੱਲੀ ਇਨਕੁਆਇਰੀਆਂ ਕਰੋ। ਠੀਕ ਤੇ ਕਹਿੰਦੇ ਅੰਬਾਲੇ CPI ਇਨਕੁਆਇਰੀ ਕਰ ਸਕਦੀ, ਇਹ ਕਰਕੇ ਇਹਨਾਂ ਸਟੇ ਲਾਇਆ ਹੋਇਆ ਵਾ। ਠੀਕ ਹੁਣ 2-3 ਦਿਨ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਵਾ। ਅੱਛਾ ਮੈਂ ਤੁਹਾਨੂੰ ਦਰਖਾਸਤ ਦਿਖਾਉਣਾ ਵਾ, ਅੱਛਾ ਉੱਤੇ ਮੈਂ ਲਿਖਿਆ ਹੋਇਆ। ਤੇ ਇਹਨਾਂ ਨੇ ਮੈਨੂੰ ਫੋਨ ਆਇਆ ਕਿਸੇ ਬੰਦੇ ਦਾ ਜੀ ਵੀ ਤੂੰ ਸਾਡੇ ਮੁਲਾਜ਼ਮ ਦੇ ਖਿਲਾਫ ਕੇਸ ਕੀਤਾ ਵਾ, ਠੀਕ ਹੈ। ਵੀ ਤੂੰ ਕੇਸ ਵਾਪਸ ਲੈ, ਨਹੀਂ ਤੈਨੂੰ ਜਾਨੋਂ ਮਾਰ ਦੀ ਧਮਕੀਆਂ ਦੇ ਰਹੇ ਸੀ ਮੈਨੂੰ ਵੀ ਤੈਨੂੰ। ਉਹ ਫੋਨ ਦੇ ਉੱਤੇ ਤੁਹਾਨੂੰ ਧਮਕੀ ਦਿੰਦੇ ਆ ਹਾਂਜੀ। ਜਾਂ ਮਿਲ ਕੇ? ਨਹੀਂ, ਫੋਨ ਦੇ ਉੱਪਰ ਕਿਸੇ ਕੋ ਕਰਾਇਆ। ਤੁਸੀਂ ਫੋਨ ਤੇ ਰਿਕਾਰਡਿੰਗ ਰੱਖੋ, ਇਹਨਾਂ ਦੀਆਂ ਰਿਕਾਰਡਿੰਗ ਕਰਕੇ ਦਿਓ ਇਹਨਾਂ ਦੀ। ਉਹ ਮੇਰੇ ਕੋਲ ਗਲਤੀ ਰਿਕਾਰਡਿੰਗ ਮੈਂ ਦਰਖਾਸਤ SP ਨੂੰ ਦਿੱਤੀ ਆ, ਆਪਣੇ ਕੇਸ ਨਾਲ ਵੀ ਲਾਈ ਆ ਤੇ DC ਨੂੰ ਦਿੱਤੀ ਆ। ਨਹੀਂ ਤੁਸੀਂ ਵੇਖੋ, ਠੀਕ ਹੈ, ਪੁਲਿਸ ਅਧਿਕਾਰੀਆਂ ਨੇ ਆਪਣੇ ਪੁਲਿਸ ਅਧਿਕਾਰੀਆਂ ਨੂੰ ਬਚਾਉਣਾ ਹੀ ਆ। ਤੁਸੀਂ ਮਾਨਯੋਗ ਹਾਈ ਕੋਰਟ ਸੁਪਰੀਮ ਕੋਰਟ 'ਚ ਜਾਓ, ਵੀ ਉੱਥੇ ਤੱਕ ਕਰੋ, CBI ਅਦਾਲਤ ਦੇ ਵਿੱਚ ਜਾ ਕੇ ਦੱਸੋ ਵੀ ਸਾਨੂੰ ਤਾਂ ਅਜੇ ਵੀ ਧਮਕੀਆਂ ਦੇ ਰਹੇ ਨੇ। ਇਹ ਜਿਹੜੇ ਹੁਣ ਬੇਸ਼ੱਕ ਹੁਣ ਉਹ ਰਿਟਾਇਰ ਹੋ ਗਏ ਹੋਣੇ ਪੁਲਿਸ ਮੁਲਾਜ਼ਮ, ਕਿ ਅਜੇ ਵੀ ਕਰਦੇ ਨੌਕਰੀ? ਇਹ ਸਾਰੇ ਰਿਟਾਇਰ ਆ ਜੀ, ਸਾਰੇ ਰਿਟਾਇਰ ਆ। ਉਹਨਾਂ ਵਿੱਚ ਇੱਕ ਮਰ ਗਿਆ ਵਾ, ਬਲਵਿੰਦਰ ਸਿੰਘ ਮੁਲਸ਼ੀ ਆ ਪਟਿਆਲੇ ਦਾ, ਪੱਟੀ ਰੋਡ ਦਾ। ਤੇ ਬਾਕੀ ਇੱਕ ਦਵਿੰਦਰ ਸਿੰਘ ਆ, ਉਹ ਮੈਂਟਲ ਹੋ ਗਿਆ ਵਾ। ਤੇ ਬਾਕੀ ਆਉਂਦੇ ਅਦਾਲਤ 'ਚ ਉੱਥੇ। ਠੀਕ ਹੈ। ਸਹੀ ਹਵਾਲਾ 'ਚ ਹੀ ਹਾਂ ਮੈਂ। ਮੇਰਾ ਡੈਡੀਆਂ ਸਾਹਮਣੇ ਚ ਦਰਵਾਜ਼ਾ ਸੀ ਜਿੱਥੇ ਰਾਤ ਨੂੰ ਧੀਆਂ ਭੈਣ ਲੈ ਕੇ। ਤੁਹਾਨੂੰ ਕੀ ਦੱਸਾਂ, ਧੀਆਂ ਭੈਣਾਂ ਸਾਹਮਣੇ। ਦੱਸੋ ਅੱਜ ਸਾਰੀ ਦੁਨੀਆ ਸੁਣ ਰਹੀ ਆ, ਕਿਉਂਕਿ ਹੁਣ ਤੁਸੀਂ ਹੋ ਇਸ ਘਰ ਦੀ ਗੱਲ ਕਰਨ ਵਾਲੇ, ਜੋ ਤੁਸੀਂ ਅੱਖੀਂ ਵੇਖਿਆ। ਪਰ ਮੈਂ ਇਹ ਗੱਲ ਕਹਾਂਗਾ ਕਿ ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਸੱਚ ਦੱਸਣਾ ਜੇ। ਅਸੀਂ ਜਦੋਂ ਹਵਾਲਾ 'ਚ ਨਾ ਸਾਹਮਣੇ ਸਾਨੂੰ ਰਾਤ ਨੀਂਦ ਨਹੀਂ ਆਉਂਦੀ, ਮੈਂ ਤੇ ਮੇਰਾ ਡੈਡੀ ਸਾਹਮਣੇ ਹਾਂ ਤੇ ਸਾਹਮਣੇ 4 ਕਮਰੇ ਸੀ। ਇਹ ਰਾਤ ਨੂੰ ਧੀਆਂ ਭੈਣਾਂ ਪਤਾ ਕਿੱਥੋਂ ਫੜ ਕੇ ਲਿਆਉਂਦੇ ਸੀ। ਇਹ ਅਲਫ ਨੰਗੀਆਂ ਕਰਕੇ ਬਾਹਾਂ ਬੰਨ੍ਹ ਕੇ ਅੱਛਾ ਐਵੇਂ ਬਾਹਾਂ ਬੰਨ੍ਹਦੇ ਸੀ, ਤਾਂ ਲੱਤਾਂ ਚੌੜੀਆਂ ਕਰਕੇ ਤੇ ਉਹਨਾਂ ਦੇ ਗੁਪਤ ਅੰਗਾਂ ਦੇ ਸ਼ੇਰਖਾਨੀਆਂ ਕਰਦੇ ਸੀ। ਇਹਦੇ ਵਿੱਚ ਇੱਕ DSP ਦਿਲਬਾਗ ਸਿੰਘ ਸੀ, ਇੱਕ ਗੁਰਬਚਨ ਸਿੰਘ ਸੀ, ਇੱਕ ਦਵਿੰਦਰ ਸਿੰਘ ਸੀ ਤੇ ਇੱਕ ਅਰਜਨ ਸਿੰਘ ਸੀ ਤੇ ਕੁਝ ਪੁਲਿਸ ਮੁਲਾਜ਼ਮ ਸੀ। ਸਾਨੂੰ ਵੀ ਜਦੋਂ ਵੇਖਿਆ ਵੀ ਇਹ 2 ਜਣੇ ਵੇਖ ਰਹੇ ਆ ਤੇ ਇਹਨਾਂ ਨੇ ਬੂਹੇ ਬੰਦ ਕਰਤੇ। ਅੱਛਾ। ਐਡਾ ਮੰਦਾ ਹਾਰ ਕੇ ਧੀਆਂ ਭੈਣਾਂ ਵੀ ਵਸੂਲ ਨਹੀਂ ਰਹੀਆਂ। ਇਹਨਾਂ ਨੇ ਇੰਨਾ ਜ਼ੁਲਮ ਕੀਤਾ, ਧੀਆਂ ਭੈਣਾਂ ਦੇ ਵੀ ਅਲਫ ਨੰਗੀਆਂ ਕਰਕੇ ਕੁੱਟਦੇ ਰਹੇ ਆ, ਸ਼ੈਤਾਨੀਆਂ ਕਰਦੇ ਰਹੇ। ਕੀ ਦੱਸਾਂ, ਧੀਆਂ ਭੈਣਾਂ ਸਾਰੇ ਸਾਂਝੀਆਂ ਹੁੰਦੀਆਂ। ਬਿਲਕੁਲ ਠੀਕ, ਬਿਲਕੁਲ ਹੁਣ ਦੇਖਦਿਆਂ ਸ਼ਰਮ ਆਉਂਦੀ ਆ। ਮਤਲਬ ਜਿਹੜੀ ਗੱਲ ਪ੍ਰਵੀਨ ਕੁਮਾਰ ਜੀ ਕਰ ਰਹੇ ਨੇ, ਜਦੋਂ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਗੱਲ ਕਹਿਤੀ ਆ ਕਿ ਸਤਿਗੁਰੂ ਨੂੰ ਯਾਦ ਕਰਕੇ, ਉਸ ਅਕਾਲ ਪੁਰਖ ਨੂੰ ਯਾਦ ਕਰਕੇ ਸੱਚ ਦੱਸਿਓ। ਹੁਣ ਇਸ ਵੀਡੀਓ ਨੂੰ ਜਿੰਨੀ ਦੁਨੀਆ ਵੀ ਵੇਖ ਸੁਣ ਰਹੀ ਆ, ਇਹਨੂੰ ਇੰਨਾ ਜ਼ਿਆਦਾ ਸ਼ੇਅਰ ਕਰਨਾ ਜੇ ਕਿ DSP ਦਿਲਬਾਗ ਸਿੰਘ ਦੀ ਧੀ ਸੁਣੇ, ਇਹ ਗੁਰਬਚਨੇ ਥਾਣੇਦਾਰ ਦੀ ਵੀ ਧੀ, ਉਹਦੀ ਭੈਣ, ਉਹਦੀ ਮਾਂ ਸੁਣੇ, ਉਹਦੇ ਰਿਸ਼ਤੇਦਾਰ ਸੁਣ ਜਦੋਂ ਇਹ ਇੱਥੇ ਨੌਕਰੀ ਕਰਦੇ ਸਨ ਬਤੌਰ DSP, ਬਤੌਰ ਇੰਸਪੈਕਟਰ। ਚਲੋ ਜੇ ਖਾੜਕੂਜ਼ਾਂ ਨਾਲ ਮੁਕਾਬਲੇ ਹੁੰਦੇ ਸੀਗੇ ਜਾਂ ਹਥਿਆਰਬੰਦ ਸੀ, ਉਹਨਾਂ ਨਾਲ ਤੁਹਾਡੀ ਲੜਾਈ ਸੀ ਤੇ ਉਹ ਗੱਲ ਚਲੋ ਚੱਲਦੀ ਆਈ ਮੈਦਾਨੇ ਜੰਗ ਦੇ ਵਿੱਚ, ਕਿਸੇ ਨੇ ਉਹਨੂੰ ਮਾਰਤਾ, ਕਿਸੇ ਨੇ ਉਹਨੂੰ ਮਾਰਤਾ। ਪਰ ਜਿਹੜਾ ਹਾਲ ਤੁਸੀਂ ਧੀਆਂ ਭੈਣਾਂ ਦਾ ਕਰਦੇ ਰਹੋ, ਇਹ ਜੱਗ ਜ਼ਾਹਰ ਗੱਲ ਆ। ਇਹ ਕੋਈ ਆਮ ਗੱਲ ਨਹੀਂ, ਸਾਰੀ ਦੁਨੀਆ ਨੂੰ ਪਤਾ ਇਹਨਾਂ ਦੀ ਕਰਤੂਤ ਦਾ। ਇਨਸਾਨ ਦੇ ਰੂਪ ਦੇ ਵਿੱਚ ਰਾਖਸ਼ ਸੀਗੇ ਇਹ ਲੋਕ। ਯਾਰ ਇਹ ਕੋਈ ਤਰੀਕਾ? ਕਿਹੜਾ ਕਾਨੂੰਨ ਸੀ ਉਦੋਂ, ਕਿਹੜਾ ਕਾਨੂੰਨ ਇਜਾਜ਼ਤ ਦਿੰਦਾ ਸੀ ਵੀ ਤੁਸੀਂ ਖਾੜਕੂ ਪਰਿਵਾਰਾਂ ਦੀਆਂ ਔਰਤਾਂ ਨੂੰ ਲਿਆ ਕੇ ਅਲਫ ਨੰਗੀਆਂ ਕਰਕੇ ਤੇ ਆਹ ਹਾਲ ਕਰ ਦਿਓ? ਅਦਾਲਤ ਨੇ ਜੋ ਫੈਸਲਾ ਕਰਨਾ ਉਹ ਸਤਿਗੁਰੂ ਜਾਣਦੇ ਨੇ। ਪਰ ਇੱਕ ਅਦਾਲਤ ਉੱਪਰ ਆ, ਗ੍ਰਿਫਤਾਰ ਕਰੋ, ਕੇਸ ਪਾਓ, ਗੋਲੀ ਉਹ ਤੁਹਾਨੂੰ ਮਾਰਦੇ ਆ, ਤੁਸੀਂ ਉਹਨੂੰ ਮਾਰਦੇ ਰਹੇ ਹੋ, ਸਾਰਾ ਕੁਝ ਚੱਲਦਾ ਰਿਹਾ ਜੰਗ ਦੇ ਵਿੱਚ। ਮੈਂ ਕਹਿੰਦਾ ਇਹ ਗੱਲ, ਪਰ ਆਹ ਜਿਹੜੀ ਗੱਲ ਕੀਤੀ ਜੇ ਨਾ, ਲੱਖ ਲਾਹਨਤ ਜੇ ਹੋਏ ਇਸ ਤਰ੍ਹਾਂ ਦੀ ਕਿਤੇ ਕਰਤੂਤ ਤੇ ਕਦੀ ਦੂਸਰੇ ਨੇਸ਼ਨ ਨਾਲ ਕੋਈ ਲੜਦਾ ਹੋਵੇ ਤੇ ਉਹ ਵੀ ਉਦੋਂ ਵੀ ਨਹੀਂ ਫੌਜੀਆਂ ਨੇ ਕੀਤੀ। ਦੱਸੋ ਜਦੋਂ ਅਸੀਂ ਹਵਾਲਾ ਦੇ ਵਿੱਚ ਹਨਾ ਤੇ ਸ਼ਾਮੀ 5 ਵਜੇ ਗੁਰਬਚਨ ਸਿੰਘ ਜਿਹੜਾ ਥਾਣੇਦਾਰ SHO ਉੱਥੋਂ ਦਾ, ਉਹ ਸਾਹਮਣੇ ਬਹਿ ਕੇ ਸ਼ਰਾਬ ਪੀ ਕੇ ਮੀਟ ਖਾ ਕੇ ਤੇ ਆਂਦੇ ਲਿਆਓ ਗੁਲਸ਼ਨ ਮਾਨ ਨੂੰ ਬਾਹਰ। ਅੱਛਾ। ਉਹ ਨਿੱਕੇ ਕਮਰੇ ਗੁਲਸ਼ਨ ਮਾਨ ਨੂੰ ਬਾਹਰ ਮੂੰਹ ਢੱਕਿਆ ਹੁੰਦਾ ਸੀ ਕੱਪੜੇ ਨਾਲ ਤੇ ਜਿਹੜੀ ਸ਼ਰਟ ਪਾਈ ਸੀ ਉਹਨਾਂ ਬਾਹਾਂ ਬੰਨੀਆਂ ਹੁੰਦੀਆਂ ਤੇ ਕਿੱਥੇ ਟਾਰੋਗੇਟ ਕਰਦੇ ਉੱਥੇ ਖੜਦੇ ਸੀ ਤੇ ਉਹਨੂੰ ਘੱਟੋ ਘੱਟ ਅੱਧਾ ਘੰਟਾ ਪੌਣਾ ਘੰਟਾ ਟਾਰੋਗੇਟ ਕਰਦੇ ਸੀ ਤੇ ਆਵਾਜ਼ਾਂ ਆਉਂਦੀਆਂ ਸੀ ਹਵਾਲਾਤ ਦੇ ਵਿੱਚ। ਉਸ ਤੋਂ ਬਾਅਦ ਫਿਰ ਵਾਰੀ ਕਦੀ ਮੈਨੂੰ ਉੱਥੇ ਬੋੜਿਆ ਬੜਾ ਪੁਰਾਣਾ, ਪਹਿਲਾਂ ਡੈਡੀ ਮੈਨੂੰ ਕੱਢਿਆ, ਉਹਨਾਂ ਦੇ ਪਟੇ ਮਾਰੇ ਮੁੜ ਕੇ ਫਿਰ ਮੇਰੇ ਦੂਜੇ ਭਰਾਵਾਂ ਨੂੰ ਕੱਢਾਂ ਦੇ ਪਟੇ ਮਾਰੇ ਤੇ ਮੈਨੂੰ ਪਤਾ ਤੂੰ ਹੀ ਕਰਦਾ ਮਾਰੀ, ਮੈਂ 10ਵੀਂ 'ਚ ਪੜ੍ਹਦਾ ਵਾਂ। ਅੱਛਾ, ਉਦੋਂ ਤੁਹਾਡੀ ਉਮਰ ਛੋਟੀ ਸੀ? ਹਾਂਜੀ। ਤੇ ਮੈਨੂੰ ਵੀ ਉਹਨਾਂ ਨੇ ਲੰਮੇ ਪਾ ਕੇ ਮੇਰੇ 4 ਕੇ 5 ਪਟੇ ਮਾਰੇ। ਬਾਅਦ ਤੋਂ ਬਾਅਦ ਮੈਨੂੰ ਹੋਸ਼ ਬੇਹੋਸ਼ਾ ਹੋ ਗਿਆ। ਮੈਂ ਬੱਚਾ ਹਾਂ ਉਦੋਂ, ਮੈਂ 13-14 ਸਾਲ ਦੀ ਉਮਰ ਸੀ। ਉਸ ਤੋਂ ਬਾਅਦ ਇਹਨੇ ਟਾਰੋਗੇਟ ਕਰਕੇ ਟੈਰੋਗੇਟ ਕਰਦੇ ਰਹੇ ਪੂਰਾ 4 ਭਰਾਵਾਂ ਨੂੰ। ਤੇ ਗੁਲਸ਼ਨ ਕੁਮਾਰ ਨੂੰ ਜਦੋਂ ਸਖਤੀ ਨਾਲ ਟੈਰੋਗੇਟ ਕਰਦੇ ਹਨ ਤੇ ਪੁੱਛਦੇ ਕੀ ਸਨ? ਉਹ ਤੇ ਵਿਚਾਰਾ ਸਬਜ਼ੀ ਵੇਚਣ ਵਾਲਾ ਸੀ, ਉਹ ਕਿਹੜਾ ਹਥਿਆਰਬੰਦ ਸੰਘਰਸ਼ ਦਾ ਹਿੱਸਾ ਸੀ? ਉਹਨੂੰ ਬਗਾਉਂਦੇ ਵੀ ਤੂੰ ਦੱਸ ਵੀ ਤੇਰਾ ਖਾਰਕੂਵਾਦ ਨਾ ਹੈਗਾ ਵਾ। ਅੱਛਾ।
ਵੀ ਤੇਰਾ ਕੋਈ ਖਾੜਕੂਆ ਨਾ ਰਿਸ਼ਤਾ ਵਾ। ਆਂਦਾ ਭਾਜੀ ਮੈਂ ਤਾਂ ਗਰੀਬ ਬੰਦਾ ਵਾਂ, ਮੇਰੀ ਮਾਂ ਮਰ ਗਈ, ਮੈਂ ਤੇ ਮੇਰੇ ਛੋਟੇ ਛੋਟੇ ਭਰਾ, ਮੈਂ ਤਾਂ ਸਬਜ਼ੀ ਵੇਚ ਕੇ ਗੁਜ਼ਾਰਾ ਕਰਦਾ। ਤੇ ਮੁੜ ਕੇ ਆਂਦੇ ਵੀ ਤੇ ਉਹਨਾਂ ਕੀ ਗੱਲ ਹੋਈ ਵਕੀਲ ਨਾਲ। ਉਹਨੇ ਦੱਸਿਆ ਵੀ ਆ ਗੱਲ ਫਿਰ ਉਹ ਵਕੀਲ ਵਾਲੀ ਆ ਗਈ। ਹਾਂਜੀ, ਤੇ ਉਹਨੇ ਫਿਰ ਦੱਸਿਆ, ਉਹਨੇ ਦੱਸਿਆ ਉਹਨੂੰ ਡੀਐਸਪੀ ਨੂੰ ਵੀ ਇੱਦਾਂ ਇਹਨੇ ਧੀਆਂ ਆਪਣੇ ਛੱਡ ਦੇ, ਮੈਂ ਰੋਕਿਆ ਸੀ। ਤੇ ਉਹਦਾ ਫਿਰ ਤੈਨੂੰ ਇੰਜਾਮ ਭੁਗਤਣਾ ਪਊ। ਡੀਐਸਪੀ ਦਿਲਬਾਗ ਤੇ ਗੁਰਬਚਨ ਸਿੰਘ ਆਂਦਾ। ਉਸ ਤੋਂ ਬਾਅਦ ਫਿਰ 5-6 ਦਿਨਾਂ ਬਾਅਦ ਸਾਨੂੰ ਛੱਡ ਦਿੱਤਾ ਵਾ। ਵਾਰੀ ਵਾਰੀ ਦੋਵਾਂ ਭਰਾਵਾਂ ਛੱਡਤਾ ਤੇ ਗੁਲਸ਼ਨ ਕੁਮਾਰ ਨੂੰ ਛੱਡਣ ਵਾਸਤੇ 2 ਲੱਖ ਰੁਪਏ ਮੰਗ ਕੀਤੀ ਡੀਐਸਪੀ ਦਿਲਬਾਗ ਸਿੰਘ ਨੇ। ਹੁਣ ਕੀ ਇਸ ਵਕਤ ਕੇਸ ਕਿੱਥੇ ਆ? ਇੰਨਾ ਲੰਬਾ ਕੇਸ ਚੱਲਿਆ, ਇਹ 26 ਮਹੀਨੇ ਜੇਲ੍ਹ 'ਚ ਵੀ ਰਹੇ ਆ। ਤੇ ਦਿਲਬਾਗ ਸਿੰਘ ਤੇ ਗੁਰਬਚਨ ਜਿਹੜੇ ਆ ਇਹ ਵੀ ਆਪਣੇ ਆਪ ਨੂੰ ਗੁਰਬਚਨਾਂ ਦੇ ਮਾਨੋ ਚਾਲ ਦੱਸਦਾ ਹੁੰਦਾ ਸੀ। ਹਾਂਜੀ ਹਾਂਜੀ, ਇਹਨੇ ਨਾ ਮਾਨੋ ਚਾਲ ਰੱਖ ਕੇ ਨਾ ਪਿਆ ਵੀ ਇਹਨੇ ਬਾਬੇ ਦੇ, ਜਦੋਂ ਬਾਬੇ ਨੂੰ ਕਿ ਬਾਬਾ ਗੁਰਬਚਨ ਸ਼ਹੀਦ ਹੋ ਗਏ ਸੀ ਤੇ ਉਹਦੀ ਲਾਸ਼ ਤੇ ਜਾ ਕੇ ਆਂਦਾ ਵੀ ਮੈਂ ਮਾਰਿਆ ਵਾ। ਇਹ ਕਿਹਦਾ ਨਾਂ ਪਿਆ ਸੀ ਮਾਨੋ ਚਾਲ। ਇਹਦਾ ਅਸਲ ਇਹਦਾ ਨਾਂ ਗੁਰਬਚਨ ਸਿੰਘ ਹੈ। ਅੱਛਾ ਅੱਛਾ, ਇਹ ਕੋਈ ਬੰਦਿਆਂ ਵਾਲੀ ਕਰਤੂਤ ਨਹੀਂ, ਇਹਨੂੰ ਲੜਾਈ ਨਹੀਂ ਆਂਦੇ, ਯੋਧਿਆਂ ਵਾਲੀ ਗੱਲ ਨਹੀਂ। ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਹਾਂ ਕਿਹੜੀ ਗੱਲ ਕੀਤੀ ਆ? ਉਹ ਪ੍ਰੈਸ਼ਰ ਪਾ ਕੇ ਕਿਸੇ ਦੀ ਧੀ ਭੈਣ ਲੈਣ ਦੀ ਉਹਨੂੰ ਅਲਫ ਨੰਗਿਆਂ ਕਰਤਾ। ਉਹਨੂੰ ਆਖਿਆ ਦੱਸ, ਤੇ ਉਹਦੇ ਭਰਾ ਦੇ ਸਾਹਮਣੇ ਲੱਖ ਲਾਹਨਤ ਤੁਹਾਡੇ ਇਸ ਪੁੱਛ-ਗਿੱਛ ਦੇ ਹੀ। ਆ ਕਰਤੂਤ ਸੁਣ ਲਿਓ, ਧੀਆਂ ਭੈਣਾਂ ਨਾਲ ਕੀ ਬੇਪੱਤੀ ਕਰਦੇ ਰਹੇ ਨੇ। ਉਹਦੀ ਲਾਠੀ ਬੜੀ ਬੇਆਵਾਜ਼ ਆ। ਇਨਸਾਫ ਜ਼ਰੂਰ ਹੋਏਗਾ। ਇਹ ਰੁਲਣਗੇ, ਕੀੜੇ ਪੈ ਪੈ ਮਰਨਗੇ, ਰੁਲਣਗੇ ਜੇਲ੍ਹ ਦੇ ਵਿੱਚ। ਇਨਸਾਫ ਹੋ ਜੂ। ਕਿੱਥੇ ਮਤਲਬ ਹੁਣ ਕਦੋਂ ਅਗਲੀ ਤਰੀਕ ਕਦੋਂ ਆ ਭਲਾ ਸੀਬੀਆਈ ਕੋਰਟ 'ਚ? ਅਗਲੀ ਤਾਂ ਜਿਹੜੀ ਹੁਣ ਪਈ ਹੈ ਲਾਸਟ ਤਰੀਕ ਪਈ ਸੀ 30/4 ਪਈ ਸੀ। ਉਸ ਤੋਂ ਬਾਅਦ ਕਰੋਨਾ ਕਰਕੇ ਉਹਨਾਂ ਨੇ ਮਾਰੇ ਅਦਾਲਤਾਂ ਬੰਦ ਕੀਤੀਆਂ ਹੋਈਆਂ ਵਾ। ਮੈਂ ਆਪਣੇ ਰਾਜਵਿੰਦਰ ਸਿੰਘ ਬੈਂਸ ਵਕੀਲ ਚੰਡੀਗੜ੍ਹ, ਉਹਨਾਂ ਨੂੰ ਫੋਨ ਕਰਾਂਗਾ, ਪੁੱਛੂੰਗਾ ਵੀ ਕਿੰਨੀ ਤਰੀਕ ਪਈ ਹੈ। ਉਹਦੇ ਵੀ ਹਾਲੇ ਅਦਾਲਤਾਂ ਬੰਦ ਨੇ। ਠੀਕ ਹੈ ਜੀ, ਚਲੋ ਕੋਸ਼ਿਸ਼ ਕਰਾਂਗੇ। ਐਰਕਾਂ ਦੀ ਤਰੀਕ ਦੇ ਉੱਤੇ ਸਾਡਾ ਫੋਨ ਨੰਬਰ ਰੱਖਿਓ। ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਵੀ ਉੱਥੇ ਪਹੁੰਚ ਕੇ ਤੇ ਇੱਕ ਵਾਰੀ ਜਿਹੜੀ ਆ ਉਹ ਸਾਰੀ ਗੱਲਬਾਤ ਤੋਂ ਜਾਣਕਾਰੀ ਲਵਾਂਗੇ। ਨਾਲੇ ਵਕੀਲ ਸਾਹਿਬ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਵੀ ਇਹ ਗੱਲ ਜਿਹੜੀ ਆ ਕਿੰਨਾ ਕੁ ਲੰਬਾ ਚੱਲ ਸਕਦੀ ਹੈ। ਬਿਲਕੁਲ ਠੀਕ ਆ। 28 ਸਾਲ ਦੇ ਲਗਭਗ ਹੋ ਚੱਲਿਆ ਤੇ ਅਜੇ ਪਤਾ ਨਹੀਂ ਕਿੰਨੇ ਸਾਲ ਹੋਰ ਲੱਗਣੇ ਆ। ਉਹਨਾਂ ਚਿਰ ਨੂੰ ਕੁਝ ਮਰ ਗਏ ਨੇ ਪੁਲਿਸ ਵਾਲੇ, ਕੁਝ ਵੈਸੇ ਮਰ ਜਾਣੇ। ਰਹਿੰਦੇ ਖੁੰਦੇ ਹੁਣ ਲੋਕਾਂ ਨੇ ਲਾਹਨਤਾਂ ਪਾਪਾ ਮਾਰ ਦੇਣੇ ਆ ਭਈ ਆਹ ਕਿਹੜੀ ਕਰਤੂਤ ਕੀਤੀ ਜਾਵੇ। ਬੜੇ ਹੋਰ ਅਫਸਰ ਵੀ ਸਨ, ਬੜੇ ਫਰਜ਼ਸ਼ਨਾਸ ਅਫਸਰ ਰਹੇ ਨੇ ਉਸ ਦੌਰ ਦੇ ਵਿੱਚ ਵੀ। ਲਾਸ਼ ਨਹੀਂ ਦਿੱਤੀ ਗੁਲਸ਼ਨ ਕੁਮਾਰ ਦੀ ਇਹਨਾਂ ਨੇ ਜੀ। ਜਦੋਂ ਫਿਰ ਪਾਪਾ ਜੀ ਗਏ ਸੀ ਨਾ ਸ਼ਮਸ਼ਾਨ ਘਾਟ ਦੇ ਵਿੱਚ, ਥੱਲੇ ਗੁਲਸ਼ਨ ਕੁਮਾਰ, ਉੱਤੇ ਕਰਨੈਲ ਸਿੰਘ, ਜਰਨੈਲ ਸਿੰਘ ਤੇ ਸਭ ਤੋਂ ਉੱਪਰ ਹਰਜਿੰਦਰ ਸਿੰਘ। ਇਹਨਾਂ ਕੋ ਮਿੱਟੀ ਦਾ ਤੇਲ ਪਾਇਆ, ਕੋਈ ਲੱਕੜਾਂ ਪਾਈਆਂ, ਕੋਈ ਟਾਇਰ ਪਾ ਕੇ ਅੱਗ ਲਾਤੀ। ਸਾਨੂੰ ਲਾਸ਼ ਇੱਕੋ ਸਿਵੇ ਦੇ ਵਿੱਚ ਚੌਂ ਦਾ ਸੰਸਕਾਰ ਕਰ, ਇੱਕੋ ਸਿਵੇ ਵਿੱਚ ਚੌਂ ਦਾ ਸੰਸਕਾਰ ਕਰਤਾ ਇਹਨਾਂ ਨੇ। ਇਹ ਵੀ ਗੱਲ ਮੈਂ ਅੱਗੇ ਵੀ ਕਲੀਅਰ ਕਰ ਚੁੱਕਾ। ਜਦੋਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਉਹ ਲਿਸਟਾਂ ਕੱਢੀਆਂ ਨਾ, ਤੇ ਉਦੋਂ ਉਹਦੇ ਵਿੱਚ ਇਹ ਗੱਲ ਵੀ ਸਾਹਮਣੇ ਆਈ ਕਿ ਸੰਸਕਾਰ ਕਰਨ ਦੇ ਲਈ ਜਿਹੜੀ ਸਮੱਗਰੀ, ਲੱਕੜਾਂ ਤੇ ਹੋਰ ਚੀਜ਼ਾਂ ਉੱਥੋਂ ਮਿਲਦੀਆਂ ਸੀ, ਉਹਦਾ ਖਰਚਾ ਮਿਲਦਾ ਸੀ। ਹੁਣ ਇੱਕੋ ਸਰੀਰ ਦੀਆਂ ਲੱਕੜਾਂ ਲੈ ਕੇ ਉਹਦੇ 'ਚ 4 ਸਿੰਘ ਜਿਹੜੇ ਨੇ ਉਹਨਾਂ ਦਾ ਸੰਸਕਾਰ ਕਰਤਾ ਤੇ ਖਰਚਾ ਚਾਹੁੰਦਾ ਲੈ ਲਿਆ। ਲਫੇਟੇ ਮੂੰਹ, ਲੱਖ ਲਾਹਨਤ ਜੇ ਉਹ ਤੁਹਾਡੀ ਕਮਾਈ ਦੇ। ਓਏ ਉਹਨਾਂ ਨੂੰ ਮਾਰ ਦਿੱਤਾ ਜੇ, ਤੇ ਕਮ ਸੇ ਕਮ ਲੱਕੜਾਂ ਤੇ ਪੂਰੀਆਂ ਦੇ ਦਿਓ ਉਹਨਾਂ ਨੂੰ। ਕਾਹਦੀ ਲੜਾਈ ਸੀ? ਪੈਸਾ? ਉਹ ਤੁਸੀਂ ਤੇ ਕਫਨ ਵੇਚ ਦਿੱਤੇ ਇਹਨਾਂ ਦੇ, ਉਹਦੇ ਵੀ ਪੈਸੇ ਖਾ ਗਏ ਤੁਸੀਂ। ਲੱਕੜਾਂ ਦੇ ਪੈਸੇ ਖਾ ਗਏ। ਕਿਤਨਾ ਹਜਮ ਹੋਣੇ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੂੰ? ਇਹ ਲਿਖਤੀ ਜੇ ਗੱਲ ਏ। ਉਦੋਂ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਜਿਹੜੀਆਂ ਲਿਸਟਾਂ ਬਣਾਈਆਂ ਸੀ, ਉਦੋਂ 2.5 ਲੱਖ ਰੁਪਈਆ ਕੁਛ ਅੰਮ੍ਰਿਤਸਰ ਪੱਟੀ ਤੇ ਤਰਨਤਾਰਨ ਦੇ ਸ਼ਮਸ਼ਾਨ ਘਾਟਾਂ ਦੇ ਜਿਹੜੇ ਸਿੰਘ ਸੀਗੇ ਉਹਨਾਂ ਦੇ ਉਹ ਮਿਲੇ ਸੀ। ਤੁਹਾਨੂੰ ਵੀ ਮਿਲੇ ਸੀ ਉਹ? ਹਾਂਜੀ ਹਾਂਜੀ, ਡੈਡੀ ਜੀ ਨੂੰ ਮਿਲੇ ਸੀ। ਅੱਛਾ, ਉਹ ਮਿਲੇ ਸੀਗੇ। ਹਾਂਜੀ। ਬੜਾ ਵੱਡਾ ਮੈਂ ਸਲੂਟ ਕਰਦਾ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਕਿ ਜਿਸ ਸਮੇਂ ਉਹਨਾਂ ਨੇ ਆਵਾਜ਼ ਉਠਾਈ ਹੈ ਨਾ, KPS ਗਿੱਲ ਦੇ ਨਾਲ ਅੱਖਾਂ 'ਚ ਅੱਖਾਂ ਪਾ ਕੇ, ਇੱਕ ਦਿਨ ਬਿਆਨ ਉਹਨਾਂ ਦਾ ਆਉਂਦਾ ਸੀ, ਇੱਕ ਦਿਨ ਉਹਨਾਂ ਦਾ, ਭਈ ਉਸ ਵਕਤ ਉਸ ਜੁਰਤ ਨੂੰ ਸਲੂਟ ਆ। ਅੱਜ ਮੈਂ ਕਰ ਰਿਹਾ ਡਿਊਟੀ ਆਪਣੇ ਤਰੀਕੇ ਦੇ ਨਾਲ, ਆਉਂਦੀਆਂ ਧਮਕੀਆਂ ਬੜਾ ਕੁਝ ਹੋਣਾ, ਔਰ ਰਸਤੇ ਕਹਿੰਦੇ ਨੇ ਵੀ ਤੈਨੂੰ ਵੀ ਉਸੇ ਹੀ ਤੋਰਾਂਗੇ। ਪਰ ਇਸ ਗੱਲ ਨੂੰ ਮੈਨੂੰ ਕੋਈ ਪਰਵਾਹ ਨਹੀਂ। ਜਿੰਨਾ ਚਿਰ ਜਿਉਣਾ ਮਨੁੱਖੀ ਅਧਿਕਾਰਾਂ ਦੇ ਹੋਏ ਘਾਣ ਦੀ ਗੱਲ ਕਰਦਾ ਰਹਾਂਗਾ। ਜਿਹੜੇ ਫਰਜ਼ਸ਼ਨਾਸ ਅਫਸਰ ਨੇ ਉਹਨਾਂ ਦੀ ਵੀ ਗੱਲ ਕਿਤੇ ਆਉਂਦੀ ਆ। ਕਈ ਅਫਸਰ ਅਸਤੀਫਾ ਦੇ ਗਏ ਨੇ ਵੀ ਅਸੀਂ ਨਹੀਂ ਇਹ ਕੰਮ ਕਰਨਾ। ਹਾਂਜੀ, ਰਿਪੂ ਦਮਨ ਸਿੰਘ ਜੀ ਇੱਕ ਹੈਗੇ ਸੀਗੇ ਪੁਲਿਸ ਅਫਸਰ SP ਰੈਂਕ ਦੇ, ਅੱਜ ਕੱਲ੍ਹ ਵਿਦੇਸ਼ ਦੇ ਵਿੱਚ ਨੇ ਕਿਤੇ। ਉਹਨਾਂ ਦੀਆਂ ਇੰਟਰਵਿਊ ਸੁਣੀਆਂ ਨੇ, ਉਹਨਾਂ ਦੀ ਮੈਂ ਗੱਲਬਾਤ ਸੁਣੀ। ਮੇਰੇ ਨਾਲ ਫੋਨ ਦੇ ਉੱਤੇ ਵੀ ਕੰਟੈਕਟ ਕਰਦੇ ਨੇ ਵੀ ਕਿਵੇਂ ਗ੍ਰਿਫਤਾਰ ਕਰਕੇ ਤੇ ਮੁੰਡੇ ਸਾਡੇ ਹਵਾਲੇ ਕੀਤੇ ਗਏ ਵੀ ਇਹਨਾਂ ਨੂੰ ਮਾਰੋ ਗੋਲੀਆਂ। ਉਹ ਕਹਿੰਦੇ ਇਹ ਕਿਹੜਾ ਤਰੀਕਾ ਵੀ ਮੁਕਾਬਲੇ ਦਾ? ਨਹੀਂ ਚੰਗਾ ਲੱਗਾ, ਰਿਜ਼ਾਈਨ ਕੀਤਾ।
ਆਪਣੇ ਪੁਲਿਸ ਅਫਸਰਾਂ ਦੇ ਖਿਲਾਫ ਉਹਨਾਂ ਰਿਪੋਰਟ ਬਣਾ ਕੇ ਦਿੱਤੀ ਹੈ। ਚੰਗੇ ਅਫਸਰ ਵੀ ਸੀਗੇ ਉਦੋਂ, ਪਰ ਜਿਹੜੇ ਇਸ ਤਰ੍ਹਾਂ ਦੇ ਅਫਸਰ ਆ ਫਿਰ ਉਹਨਾਂ ਦੇ ਖਾਤੇ ਫਿਰ ਇਹੋ ਲਾਹਨਤਾਂ ਪੈਣੀਆਂ ਨੇ। ਇਹ ਇੱਕ ਗੱਲ ਦਾ ਪ੍ਰਵੀਨ ਜੀ ਬੜਾ ਦੁੱਖ ਹੈ ਕਿ ਤੁਹਾਡੀ ਇਹ ਭੈਣ ਜੀ ਦਾ ਕੀ ਨਾਂ ਸੀ ਜਿਹੜੇ ਗਵਾਹ ਸੀਗੇ ਇਸ ਕੇਸ? ਇਹ ਇੰਦਰਜੀਤ ਜੀ, ਇੰਦਰਜੀਤ ਹੀ ਭੈਣ ਦਾ ਨਾਂ। ਅੱਛਾ ਜੀ, ਭੈਣ ਇੰਦਰਜੀਤ ਕੌਰ ਜਿਹੜੀ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਨੇ ਕੁਛ ਦਿਨ ਬਿਮਾਰ ਰਹਿ ਕੇ, ਤੇ ਇਸ ਗੱਲ ਦੀ ਵੀ ਅਸੀਂ ਮਾਫੀ ਮੰਗਦੇ ਹਾਂ ਕਿ ਸਾਨੂੰ ਹੁਕਮ ਆਇਆ ਸੀਗਾ ਸੰਗਤ ਵੱਲੋਂ ਕਿ ਉਸ ਪਰਿਵਾਰ ਨੂੰ ਜਾ ਕੇ ਤੇ ਉਹਦੇ ਇਲਾਜ ਲਈ ਕੁਝ ਤਿਲ-ਫੁੱਲ ਭੇਟਾ, ਤੇ ਉਹ ਸਾਨੂੰ ਮੌਕਾ ਨਹੀਂ ਮਿਲਿਆ। ਤੇ ਅੱਜ ਅਸੀਂ ਆਪਣੀ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ, ਸਾਡੀ ਕੈਨੇਡਾ ਦੀ ਸੰਸਥਾ ਜੀ, ਉਹਨਾਂ ਵੱਲੋਂ ਜਿਹੜੀ ਸਾਨੂੰ ਸੰਗਤ ਉੱਥੇ ਸੇਵਾ ਭੇਜਦੀ ਆ, ਅਸੀਂ 20,000 ਰੁਪਈਆ ਤੁਹਾਨੂੰ ਦੇ ਕੇ ਜਾਂਦੇ ਹਾਂ। ਚਲੋ ਹੁਣ ਅਜੇ ਭੋਗ ਕਿੰਨੀ ਤਰੀਕ ਨੂੰ ਆ? ਇਹ ਸੋਮਵਾਰ ਖੰਡ ਪਾਠ ਖਾਣਾ ਤੇ ਬੁੱਧਵਾਰ ਭੋਗ ਹੈ। ਅੱਛਾ, ਉਹ ਭੈਣ ਜੀ ਉਧਰ ਕਿੱਥੇ ਵਿਆਹੇ ਸਨ, ਕਿਹੜੇ ਪਿੰਡ? ਖਾਲੜੇ ਜੀ। ਅੱਛਾ, ਖਾਲੇ ਭਾਈ ਜਸਵੰਤ ਸਿੰਘ ਦੇ ਪਿੰਡ ਹੀ। ਤੇ ਉਹ ਭੈਣ ਜੀ ਨੂੰ ਵੀ ਕਦੀ ਫਿਰ ਧਮਕੀਆਂ ਦਿੰਦੇ ਹੋਣੇ ਜਦ ਤੱਕ ਉਹ ਠੀਕ ਸਨ? ਨਹੀਂ, ਉਹਨਾਂ ਦੇ ਰਿਸ਼ਤੇਦਾਰ ਹੀ, ਉਹਨਾਂ ਦੇ ਵੀ ਜਿਹੜੇ ਜੀਜਾ ਜੀ ਉਹਨਾਂ ਦੇ ਥਾਣੇ ਤੇ ਲੱਗੇ ਹੋਏ ਸੀ ਨਮਕ ਮੰਡੀ, ਇਹ ਐਸੇ ਹੀ ਲੱਗੇ ਹੋਏ, ਤੇ ਡੀਐਸਪੀ ਦਿਲਬਾਗ ਸਿੰਘ ਜਦੋਂ ਡੈਡੀ ਪੂਰੇ ਹੁੰਦੇ ਨਾ ਉਹਨਾਂ ਘਰ ਗਿਆ ਵਾ। ਅੱਛਾ, ਵੀ ਸਾਡਾ ਪ੍ਰਵੀਨ ਨਾਲ ਰਾਜੀਨਾਮਾ ਕਰਾ, ਅੱਛਾ, ਤੇ ਅਸੀਂ ਜੋ ਮੰਗੇ ਅਸੀਂ ਦਿੰਨੇ ਆ। ਅੱਛਾ, ਤੇ ਮੈਂ ਜੀਜਾ ਨੂੰ ਕਹਿਤਾ, ਮੈਂ ਜੀਜਾ ਵੇਖੋ ਰਿਸ਼ਤੇਦਾਰੀ ਆਪਣੀ ਜਗ੍ਹਾ, ਜੇ ਤੁਸੀਂ ਇਹ ਗੱਲ ਕਰੋ ਤੇ ਤੁਸੀਂ ਮੇਰੀ ਰਿਸ਼ਤੇਦਾਰੀ ਭੁੱਲ ਜਾਓ। ਮੈਂ ਜੇ ਮੇਰੇ ਪਿਓ ਨੇ ਕਿਸੇ ਪਹਿਲਾਂ ਪਿਆ, ਮੈਂ ਵੀ ਨਹੀਂ ਕੋਈ ਨਹੀਂ ਲੈਣਾ। ਮੈਂ ਲੂਣ ਨਾ ਖਾ ਲੂੰ, ਗੁਰਦਾਰੇ ਖਾ ਲੂੰ, ਚਾਰ ਨਾ ਖਾ ਲੂੰ, ਪਰ ਇਹਨਾਂ ਕੰਜਰਾ ਪੈਸਾ ਪਾਪ ਦਾ ਘਰ ਨਹੀਂ ਮੈਂ ਵਾੜਨਾ। ਉਹ ਜਿਉਂਦਾ ਰਹਿ ਸ਼ੇਰਾ। ਔਰ ਹੁਣ ਪੈਸਿਆਂ ਦੇ ਨਾਲ ਤੋਲਦਾ ਡੀਐਸਪੀ ਦਿਲਬਾਗ ਸਿੰਘ, ਕੁਛ ਸਿੱਧਕ ਭਰੋਸਾ ਵੇਖਿਆ ਹੀ? ਇਸ ਤਰ੍ਹਾਂ ਦੇ ਵੀ ਲੋਕ ਹੈਗੇ, ਤੁਸੀਂ ਪੈਸੇ ਲਈ ਵਿਕ ਗਏ, ਤੁਸੀਂ ਉਹਨਾਂ ਦੀਆਂ ਸੰਸਕਾਰ ਦੀਆਂ ਲੱਕੜਾਂ ਵੀ ਖਾ ਗਏ, ਤੁਹਾਡੇ ਕੀ ਦਿਲ 'ਚ ਸਭ ਕੁਝ ਪੈਸਾ ਹੀ ਹੁੰਦਾ? ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ। ਅੱਜ ਸਾਡੀ ਆ ਗੱਲਬਾਤ ਜਿਹੜੀ ਆ ਮਾਨਯੋਗ ਹਾਈ ਕੋਰਟ 'ਚ ਸੁਣੀ ਜਾ ਰਹੀ ਹੈ, ਮਾਨਯੋਗ ਸੁਪਰੀਮ ਕੋਰਟ 'ਚ ਸੁਣੀ ਜਾ ਰਹੀ ਹੈ, ਔਰ UNO ਤੱਕ ਸਾਡੀਆਂ ਵੀਡੀਓ ਵੇਖੀਆਂ ਜਾ ਰਹੀਆਂ ਨੇ। ਔਰ ਅਸੀਂ ਇਹ ਗੱਲ ਕਰਾਂਗੇ ਮਾਨਯੋਗ ਸੁਪਰੀਮ ਕੋਰਟ ਦੇ ਉੱਚ ਅਧਿਕਾਰੀਆਂ ਨੂੰ ਕਿ CBI ਕੋਰਟ ਦੇ ਵਿੱਚ ਇਹ ਮੁਕੱਦਮਾ ਜਿਹੜਾ ਚੱਲ ਰਿਹਾ, ਉਸ ਸਿਲਸਿਲੇ ਦੇ ਵਿੱਚ ਜੇ ਉੱਧਰੋਂ ਕੋਈ ਹੋ ਸਕਦੀ ਹੈ ਕੋਈ ਕਾਨੂੰਨੀ ਕਾਰਵਾਈ, ਤੇ ਜਿਹੜੇ ਇਹ ਪੁਲਿਸ ਅਫਸਰ ਅੱਜ ਵੀ ਇਹਨਾਂ ਪਰਿਵਾਰਾਂ ਨੂੰ ਧਮਕੀਆਂ ਦੇ ਰਹੇ ਨੇ, ਲਾਲਚ ਦੇ ਰਹੇ ਨੇ ਗਵਾਹੀ ਤੋਂ ਬੈਠਣ ਲਈ, ਇਹਨਾਂ ਦੇ ਵਿਰੁੱਧ ਜੇ ਕੋਈ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਤੇ ਅਸੀਂ ਬੇਨਤੀ ਕਰਾਂਗੇ ਕਿ ਆਪਣੇ ਤੌਰ ਤੇ ਵੀ, ਕਿਉਂਕਿ ਸਾਡੀਆਂ ਵੀਡੀਓਜ਼ ਵੇਖ ਕੇ ਕਈ ਵਾਰੀ ਜਿਹੜੇ ਆ ਮਾਨਯੋਗ ਹਾਈ ਕੋਰਟ ਤੇ ਮਾਨਯੋਗ ਸੁਪਰੀਮ ਕੋਰਟ ਦੇ ਉੱਚ ਅਧਿਕਾਰੀਆਂ ਵੱਲੋਂ ਜਿਹੜੀਆਂ ਉਹ ਕਾਰਵਾਈਆਂ ਕੀਤੀਆਂ ਗਈਆਂ ਨੇ, ਕਿਉਂਕਿ ਅੱਜ ਵੀ ਇਹ ਪਰਿਵਾਰ ਜੰਗ ਲੜ ਰਿਹਾ, ਇਨਸਾਫ ਦੀ ਜੰਗ ਲੜ ਰਿਹਾ। ਜਿੰਨੀ ਵੀ ਸੰਗਤ ਸੁਣ ਰਹੀ ਹੈ ਕਿ ਬੇਹੱਦ ਛੋਟੇ ਜਿਹੇ ਘਰ ਦੇ ਵਿੱਚ, ਕਿਉਂਕਿ ਜਦੋਂ ਮੈਂ ਪਹਿਲਾਂ ਆਇਆ ਸਾਂ ਤੇ ਉਦੋਂ ਘਰ ਤੇ ਬਿਲਕੁਲ ਢੱਠਾ ਹੀ ਸੀ, ਹੁਣ ਥੋੜ੍ਹਾ ਮਿਹਨਤ ਮਜ਼ਦੂਰੀ ਕਰਕੇ ਪ੍ਰਵੀਨ ਨੇ ਮਾੜੀ ਜੀ ਛੱਤ ਬਣਾਈ ਆ। ਅਜੇ ਵੀ ਇੱਧਰਲੇ ਪਾਸੇ ਮੈਂ ਵੇਖ ਰਿਹਾ ਕਿ ਜਿਹੜੀ ਆ ਬਾਲਿਆਂ ਦੀ ਛੱਤ ਆ, ਉਹ ਤੁਹਾਨੂੰ ਸਾਡੇ ਕੈਮਰੇ ਦੀ ਅੱਖ ਨੇ ਦਿਖਾ ਦੇਣਾ। ਇਸ ਪਰਿਵਾਰ ਦੀ ਮਦਦ ਜ਼ਰੂਰ ਕਰਿਓ ਦੋਸਤੋ। ਇਹ ਹਿੰਦੂ ਪਰਿਵਾਰ ਹੋ ਕੇ ਵੀ ਨਾ ਇਹ ਵਿਕਿਆ ਜੇ, ਨਾ ਇਹ ਝੁਕਿਆ ਜੇ, ਨਾ ਇਹ ਡਰਿਆ ਜੇ, ਤੇ ਅੱਜ ਵੀ ਮਤਲਬ ਹਿੱਕ ਡਾਹ ਕੇ ਇਨਸਾਫ ਦੀ ਲੜਾਈ ਜਿਹੜਾ ਇਹ ਲੜ ਰਿਹਾ, ਤੇ ਇਹਦੇ ਇਸ ਹਿੰਮਤ ਨੂੰ, ਇਹਨਾਂ ਦੀ ਇਸ ਦਲੇਰੀ ਨੂੰ ਵੱਧ ਤੋਂ ਵੱਧ ਐਪਰੀਸ਼ੀਏਟ ਕਰਨ ਦੀ ਲੋੜ ਹੈ। ਇਹਨਾਂ ਨੂੰ ਲੱਗੇ ਨਾ ਕੋਈ ਭਈ ਜਿੱਥੇ ਕਿਤੇ ਆਪਣੇ ਸਿੰਘਾਂ ਸੂਰਮਿਆਂ ਦੀ ਗੱਲ ਆਉਂਦੀ ਆ ਤੇ ਉੱਥੇ ਕੁਝ ਜ਼ਿਆਦਾ ਹੁੰਦਾ। ਜੇ ਸਾਡਾ ਕੋਈ ਹਿੰਦੂ ਪਰਿਵਾਰ ਦਾ ਇਨਸਾਫ ਲਈ ਲੜਿਆ, ਉਹ ਵੀ ਲੋਕ ਧੀਆਂ ਭੈਣਾਂ ਦੀ ਇੱਜ਼ਤ ਦੀ ਖਾਤਰ ਬੋਲਿਆ, ਉਹਦੇ ਆਪਣਾ ਢੰਗ ਸੀਗਾ, ਉਹਨੇ ਹਥਿਆਰ ਚੁੱਕ ਕੇ ਗੋਲੀ ਨਹੀਂ ਚਲਾਈ, ਪਰ ਧੀਆਂ ਭੈਣਾਂ ਨਾਲ ਹੁੰਦੀ ਜ਼ਿਆਦਤੀ ਵੇਖ ਕੇ ਉਹਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਆ। ਉਹ ਵੀ ਇੱਕ ਪ੍ਰਵਾਨਿਤ ਸ਼ਹੀਦ ਆ, ਕਿਉਂਕਿ ਉਹਨੇ ਵੀ ਜਿਹੜੇ ਆਵਾਜ਼ ਜ਼ਿਆਦਤੀ ਦੇ ਖਿਲਾਫ ਆਵਾਜ਼ ਜਿਹੜੀ ਆ ਬੁਲੰਦ ਕੀਤੀ ਆ। ਇੱਕ ਗੱਲ ਪ੍ਰਵੀਨ ਜੀ, ਕਦੀ ਵੀ ਤੁਹਾਨੂੰ ਕਿਤੇ ਕੋਈ ਧਮਕੀ ਆਵੇ, ਕਿਤੇ ਤੁਹਾਨੂੰ ਕੋਈ ਗੱਲ, ਤੁਸੀਂ ਅੱਜ ਤੁਹਾਡੇ ਕੋਲ ਸਾਡੇ ਨੰਬਰ ਆ ਗਿਆ, ਸਾਨੂੰ ਇਮੀਡੀਏਟ ਤੁਸੀਂ ਫੋਨ ਕਰਨਾ। ਅਸੀਂ ਤੁਹਾਡੀ ਆਵਾਜ਼ ਜਿਹੜੀ ਹੈ ਆਪਣੇ ਤੌਰ ਤੇ ਵੀ ਮਾਨਯੋਗ ਸੁਪਰੀਮ ਕੋਰਟ ਤੱਕ ਪਹੁੰਚਾ ਸਕਦੇ ਹਾਂ, UNO ਤੱਕ ਪਹੁੰਚਾ ਸਕਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਜੰਗ ਜਾਰੀ ਰੱਖੋ, ਇਨਸਾਫ ਜ਼ਰੂਰ ਮਿਲੇਗਾ। ਠੀਕ ਹੈ। ਇੱਕ ਕੇਸ ਮੈਂ ਪਾਇਆ ਵਾ ਬੇਅੰਤ ਸਿੰਘ ਦੇ ਪੋਤਰੇ ਖਿਲਾਫ, ਠੀਕ ਹੈ, ਜਿਹਨੂੰ ਕਿ DSP ਦਿਲਬਾਗ ਦੀ ਨੌਕਰੀ ਦਿੱਤੀ ਗਈ ਕੈਪਟਨ ਨੇ। ਅੱਛਾ, ਕਿਸੇ ਗਰੀਬ ਨੂੰ ਕੋਈ ਨੌਕਰੀ ਦਿੱਤੀ, ਜਿੱਦਾਂ ਸ਼ਾਹੀ ਪਰਿਵਾਰ, ਇਹਨੂੰ DSP ਨੌਕਰੀ ਕੀ ਲੋੜ ਸੀ? ਇਹ ਰਿਟਰਨ ਮੈਂ ਪਾਈ ਸੀ। ਹੁਣ ਮੈਨੂੰ ਇਹ ਨਹੀਂ ਪਤਾ ਵੀ ਹੁਣ ਪੁਲਿਸ ਵਾਲੇ ਫੋਨ ਕਰ ਰਹੇ, ਜਿਹਦੇ ਤੋਂ ਤੱਕ ਉਹਨਾਂ ਨੇ ਗੱਲ ਕੀਤੀ ਵੀ ਸਾਡੇ ਮੁਲਾਜ਼ਮਾਂ ਦੇ ਤੂੰ ਕੇਸ ਪਾਏ ਆ ਤੇ ਕੇਸ ਵਾਪਸ ਲੈ, ਨਹੀਂ ਤੇ ਤੈਨੂੰ ਜਾਨ ਮਾਰ ਦੀ ਧਮਕੀਆਂ ਦਿੱਤੀਆਂ। ਇੱਦਾਂ ਕਹਿੰਦੇ ਵੀ ਜਾਨ ਦਾ ਨੁਕਸਾਨ ਹੋਊਗਾ। ਤੇ ਮੈਂ ਅੱਗੋਂ ਕਹਿ ਤਾ ਮੈਂ ਕੀ ਕਰੋਗੇ ਤੁਸੀਂ? ਮਾਰ ਦੋਗੇ? ਮਾਰ ਲਓ। ਮੈਂ ਇਨਸਾਫ ਵਾਸਤੇ ਲੜਨਾ ਵਾ। ਜਿੱਥੇ ਮੇਰਾ ਡੈਡੀ ਪੂਰਾ ਇਨਸਾਫ ਤੇ ਉੱਥੇ ਮੈਂ ਲੜਨਾ ਵਾ। ਬਿਲਕੁਲ ਠੀਕ। ਜੇ ਤੁਸੀਂ ਮਾਰ ਸਕਦੇ, ਭਾਵੇਂ ਘਰੋਂ ਮਾਰ ਦਿਓ, ਬਾਹਰੋਂ ਚੁੱਕ ਕੇ ਮਾਰ ਦਿਓ, ਜਿੱਥੇ ਮਰਜ਼ੀ ਮਾਰ ਦਿਓ। ਮੈਂ ਘਰਦਿਆਂ ਨੂੰ ਕਿਹਾ ਆ ਵਾ ਵੀ ਮੇਰਾ ਭੋਗ ਪਿਆ ਗਿਆ, ਮੇਰੀ ਮੌਤ ਨਾਲ ਵਿਆਹ, ਮੈਨੂੰ ਪਤਾ ਨਹੀਂ ਕਿਹੜੇ ਵੇਲੇ ਚੁੱਕ ਕੇ ਕਿੱਥੇ ਮਾਰ ਦੇਣਾ, ਕਿੱਥੇ ਗਾਇਬ ਕਰ ਦੇਣਾ। ਤੇ ਇੱਕ ਕੋਸ਼ਿਸ਼ ਕਰੋ, ਫੋਨ ਐਸਾ ਰੱਖੋ, ਰਿਕਾਰਡਿੰਗ ਲਾਓ, ਉਸੇ ਵੇਲੇ ਕੋਰਟ ਦੇ ਵਿੱਚ ਉਹ ਰਿਕਾਰਡਿੰਗ ਜਿਹੜੀ ਆ ਪੇਸ਼ ਕਰੋ, ਆਪੇ ਪਤਾ ਲੱਗ ਜੂਗਾ।
ਇਹ ਤੇ ਹੁਣ ਮਰੇ ਨੇ, ਲਾਸ਼ਾਂ ਤੁਰੀਆਂ ਫਿਰਦੀਆਂ ਨੇ। ਇਹ ਜਿਹੜੇ ਪੁਲਿਸ ਅਫਸਰ ਜਿਹੜੇ ਤੁਰੇ ਫਿਰਦੇ ਆ, ਇਹਨਾਂ ਦੇ ਮਹਿਕਮਾ ਵਾਲਾ ਕੋਈ ਮਦਦ ਨਹੀਂ ਕਰੇਗਾ ਇਹਨਾਂ ਦੀ। ਅਗਲਿਆਂ ਦੇ ਤੁਸੀਂ ਹੁਣ ਮਰੇ ਹੋ, ਆਪਣੀ ਵਜਾ ਗਏ ਹੋ, ਤੁਸੀਂ ਭੁਗਤੋ। ਕਿਸੇ ਨੇ ਗਾਂ ਬਲਦੀ ਦੇ ਬੁੱਥੇ ਇਹਨਾਂ ਦੇ ਨਾਲ ਸਿਰ ਨਹੀਂ ਦੇਣਾ। ਬਿਲਕੁਲ ਟੈਨਸ਼ਨ ਲੈਣ ਦੀ ਲੋੜ ਨਹੀਂ। ਇਨਸਾਫ ਉੱਥੇ ਜਦੋਂ ਪਟਿਆਲਾ ਜੇਲ੍ਹ 'ਚ ਨਾ ਬੰਦ ਕੀਤਾ ਨਾ 26 ਮਹੀਨੇ, ਉੱਥੋਂ ਦੇ ਕੈਦੀ ਹੀ ਸੁਣਨ 'ਚ ਆਇਆ ਵੀ ਉਹਨਾਂ ਨੇ ਇਹਨਾਂ ਨੂੰ ਕੁੱਟਿਆ ਵਾ। ਅੱਛਾ, ਪੁਲਿਸ ਵਾਲਿਆਂ ਨੂੰ। ਅੱਛਾ ਵੀ ਤੁਸੀਂ ਨਜਾਇਜ਼ ਕਰਕੇ ਨਜਾਇਜ਼ ਬੰਦੇ ਮਾਰੇ ਆ। ਇਹਨਾਂ ਨੂੰ ਅਸਲ ਦੇ ਵਿੱਚ 76 ਜੇਲ੍ਹ 'ਚ ਬੜਾ ਵਰਦਾ। ਅਜੀਤ ਸਿੰਘ ਸੰਧੂ ਨੂੰ ਨਹੀਂ ਚਪੇੜਾਂ ਮਾਰੀਆਂ ਨਿਸ਼ਾਨ ਸਿੰਘ ਕਲਾਨੌਰ ਨੇ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ? ਉਹਨੂੰ ਵੀ ਚਪੇੜਾਂ ਵੱਜੀਆਂ ਵੀ ਤੂੰ ਆਪਣੇ ਆਪ ਦੇ ਵਿੱਚ ਬੜਾ SSP ਬਣਿਆ ਉਦੋਂ। ਪਰ ਜਿਹੜਾ ਹੱਕ ਸੱਚ ਤੇ ਇਨਸਾਫ, ਜਿਹੜਾ ਕਾਨੂੰਨੀ ਹੱਕ ਇਹਨਾਂ ਨੂੰ ਮਿਲਦਾ, ਉਹਦੇ ਅਨੁਸਾਰ ਜਿਹੜੇ ਅਫਸਰ ਚੱਲੇ ਆ ਉਹ ਅੱਜ ਵੀ ਨੌਕਰੀਆਂ ਕਰਨ ਰਹੇ ਨੇ। ਕੋਈ ਉਹਨਾਂ ਦੇ ਵਿਰੁੱਧ ਕੇਸ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਤੇ ਜਿਨ੍ਹਾਂ ਨੇ ਉਦੋਂ ਬਿਲਕੁਲ ਮਤਲਬ ਮੱਥੇ 'ਤੇ ਅੱਖਾਂ ਰੱਖ ਲੀਆਂ ਸੀਗੀਆਂ ਤੇ ਇਨਸਾਨੀ ਰੂਪ 'ਚ ਰਾਖਸ਼ ਬਣ ਗਏ ਸੀ, ਤੇ ਉਹ ਹੁਣ ਭੁਗਤਣਗੇ। ਉਹ ਮੇਰੇ ਰਿਸ਼ਤੇਦਾਰ ਦੇ ਘਰ ਜਾਂਦੇ ਨਾ ਪੁਲਿਸ ਵਾਲੇ, ਹਾਂਜੀ, ਉਹਨਾਂ ਨੇ ਰਿਟਾਇਰ ਹੋਇਆ, ਪਹਿਲਾਂ ਉਹਨਾਂ ਦਾ ਪਿਸਤੌਲ ਦਾ ਕੇਸ ਪਾਤਾ ਸੀ ਵੀ ਇਹਨੇ ਖਜ਼ਾਨੇ ਖਾ ਲਿਓ। ਮੰਨਦੇ ਨਹੀਂ ਅਸੀਂ ਰਾਜੀਨਾਮੇ ਵਾਸਤੇ ਪਾਪਾ ਜੀ, ਤੇ ਉਹ ਸਾਡੇ ਜਵਾਈ ਦਾ ਭਰਾ ਹੀ ਲੱਗਦਾ ਵਾ। ਤੇ DSP ਨੇ ਉੱਤੇ ਕੇਸ ਪਾਤਾ ਵੀ ਇਹਨੇ ਸਰਕਾਰੀ ਖਜ਼ਾਨੇ ਪਿਸਤੌਲ ਚੁੱਕਿਆ। ਤੇ ਫਿਰ ਡੈਡੀ ਜੀ ਨੇ ਦਰਖਾਸਤਾਂ ਦੇ ਦਿੱਤੀਆਂ ਵੀ ਇੱਦਾਂ ਮੇਰੇ ਰਿਸ਼ਤੇਦਾਰ ਨੂੰ ਪਰੇਸ਼ਾਨ ਕਰ ਰਿਹਾ ਦਿਲਬਾਗ ਸਿੰਘ, ਉਦੋਂ ਮਜੀਠੇ ਲੱਗਾ ਸੀ SPA। ਅੱਛਾ। ਤੇ ਉਦੋਂ ਇਹ ਤੰਗ ਪਰੇਸ਼ਾਨ ਕਰਦਿਆ ਸੀ। ਮੈਂ ਕਹਿੰਦਾ ਨਹੀਂ ਫਿਰ ਇੱਥੇ ਮਾਫੀ ਮੰਗ ਕੇ ਗਿਆ ਵੀ ਉਹਨੇ ਮਾਫੀ ਮੰਗ ਲਈ, ਇਹ ਗਲਤੀ ਹੋ ਗਈ ਸਾਡੇ ਕੋਲ। ਉਸ ਤੋਂ ਬਾਅਦ ਜਦੋਂ ਪਾਪਾ ਜੀ ਪੂਰੇ ਹੁੰਦੇ ਘੇਰਿਆ, ਉਸ ਤੋਂ ਬਾਅਦ ਉਦੋਂ ਗਏ ਉਹਨਾਂ ਦੇ ਘਰ, ਤੇ ਉਹਦੇ ਵੀ ਪ੍ਰਵੀਨ ਨੂੰ ਮਨਾਓ, ਅਸੀਂ ਕਰੋੜਾਂ ਰੁਪਈਆ ਦੇ ਦਿੰਦੇ, ਨੌਕਰੀ ਦੇ ਦਿੰਦੇ ਆ, ਐਂ ਕਰਦੇ ਜੋ ਕਹਿੰਦੇ ਮੇਰੇ। ਉਹ ਫਿਰ ਬਰਦਰ ਸੀ ਜੀਜੇ ਮੇਰੇ ਦੇ, ਤੇ ਫਿਰ ਜੀਜੇ ਮੇਰੇ ਦਾ ਫੋਨ ਆਇਆ ਮੈਨੂੰ ਵੀ ਕਿੱਦਾਂ ਕਰਨੀ ਆ, ਇੱਦਾਂ ਚੱਕਰ। ਤੇ ਉਹ ਮੈਨੂੰ ਜ਼ੋਰ ਪਾ ਰਿਹਾ। ਮੈਂ ਜੀਜਾ ਜੀ ਵੇਖੋ, ਤੁਸੀਂ ਰਿਸ਼ਤੇਦਾਰੀ ਰੱਖਣੀ ਰੱਖ ਲਓ, ਜੇ ਤੁਸੀਂ ਬਣਾਉਣਾ ਚਾਹੁੰਦੇ ਜੇ ਇਸ ਮੁੱਦੇ 'ਤੇ ਮੈਨੂੰ ਗਾਹ ਨਾ ਗੱਲ ਕਰਿਓ, ਨਾ ਤਾਂ ਮੈਂ ਰਾਜੀਨਾਮਾ। ਇੱਕ ਇੰਸਪੈਕਟਰ ਰੈਂਕ ਦਾ ਬੰਦਾ ਜਾਂ DSP ਰੈਂਕ ਦਾ ਬੰਦਾ ਕਰੋੜਾਂ ਦੀ ਆਫਰ ਕਰ ਰਿਹਾ। ਮੈਂ ਤਾਂ ਚਾਹਾਂਗਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਇਹਨਾਂ ਦੀ ਜਾਇਦਾਦ ਦੀ ਜਿਹੜੀ ਇਨਕੁਆਇਰੀ ਕਰਨੀ ਚਾਹੀਦੀ ਹੈ ਵੀ ਇਹ ਕਰੋੜਾਂ ਰੁਪਈਆ ਇਹਨਾਂ ਕੋਲ ਆਇਆ ਕਿੱਥੋਂ। ਇੱਕ ਇੰਸਪੈਕਟਰ ਦੀ, ਇੱਕ DSP ਦੀ ਤਨਖਾਹ ਕਿੰਨੀ ਕੁ ਹੁੰਦੀ ਹੈ, ਇੱਕ ਆਪਣੀ ਉਹ ਜ਼ਿੰਦਗੀ ਦੇ ਵਿੱਚ ਕਿੰਨੇ ਕੁ ਪੈਸੇ ਕਮਾ ਸਕਦਾ। 100 ਗੁਣਾ ਵੱਧ ਜਾਇਦਾਦ ਹੈ ਇਹਨਾਂ ਕੋਲ, ਕਈ 100 ਕਰੋੜ ਦੀ ਜਾਇਦਾਦ। ਇਹ ਇਸ ਤਰ੍ਹਾਂ ਹੀ ਮਾਵਾਂ ਦੇ ਪੁੱਤ ਗ੍ਰਿਫਤਾਰ ਕਰਕੇ ਉਹਨਾਂ ਕੋਲ ਪੈਸੇ ਵੀ ਲੈ ਲਏ ਤੇ ਉਹਨਾਂ ਦੇ ਪੁੱਤ ਵੀ ਮਾਰਤੇ। 3 ਕਰੋੜ ਰੁਪਈਆ ਦਿੰਦਾ DSP ਦਿਲਬਾਗ ਸਿੰਘ। ਇਹ ਆਫਰ ਉਹਨਾਂ ਦਾ ਮੂੰਹੋਂ ਆ, ਮੇਰੇ ਜੀਜੇ ਦੇ ਬ੍ਰਦਰ ਦੇ ਮੂੰਹੋਂ। ਅੱਛਾ। 3 ਕਰੋੜ ਰੁਪਈਆ ਦੇ ਨਾਲ ਸਰਕਾਰੀ ਨੌਕਰੀ ਦਿੰਦਾ ਸੀ। ਤੇ ਜਦੋਂ ਮੈਨੂੰ ਫੋਨ ਆਇਆ ਮੇਰੇ ਜੀਜਾ ਜੀ ਦਾ, ਹੁਣ ਰਿਸ਼ਤੇਦਾਰੀ ਸੀ, ਤੇ ਮੈਂ ਉਹਨਾਂ ਨਾਲ ਪ੍ਰੇਮ ਨਾਲ ਗੱਲ ਕੀਤੀ। ਮੈਂ ਜੀਜਾ ਜੀ ਅੱਜ ਤੇ ਮੈਂ ਤੁਹਾਡੇ ਨਾਲ ਪ੍ਰੇਮ ਨਾਲ ਗੱਲ ਕਰ ਰਿਹਾ, ਗਾਹ ਤੋਂ ਇਸ ਟੋਪੀ ਤੇ ਮੇਰੇ ਤੇ ਫੋਨ ਆ ਗਿਆ ਤੇ ਸਮਝੋ ਆਪਣਾ ਰਿਸ਼ਤਾ ਖਤਮ। ਮੈਂ ਜਿੱਥੇ ਡੈਡੀ ਮੈਂ ਲੜਦਾ ਉੱਥੇ ਮੈਂ ਲੱਤ ਅੜਾਈ ਆ। ਮੈਨੂੰ ਭਾਵੇਂ ਚੀਰ ਫਾੜ ਵੀ ਦੇਣ ਮਾਰ। ਮੈਂ ਆਪਣੇ ਘਰ ਦੇ ਨੂੰ ਕਹਿ ਚੁੱਕਿਆ ਵਾ ਵੀ ਕਫਨ ਪਾ ਲਓ ਚਿੱਟਾ। ਮੈਨੂੰ ਪਤਾ ਕੋਈ ਨਹੀਂ, ਮੈਨੂੰ ਬਾਜ਼ਾਰ ਜਾਂਦਾ ਚੁੱਕ ਲੈਣਾ ਇਹਨਾਂ ਨੇ। ਬਿਲਕੁਲ ਨਹੀਂ ਉਹ ਸਮਾਂ ਗਿਆ ਜੇ। ਹੁਣ ਇੱਕ ਬਾਜ਼ਾਰ ਦੇ ਵਿੱਚੋਂ ਬੰਦਾ ਚੁੱਕਣ ਲੱਗਿਆ 100 ਮੋਬਾਈਲਾਂ ਦੇ ਵਿੱਚ ਰਿਕਾਰਡਿੰਗ ਹੋਣੀ ਆ ਤੇ ਨਾਲ ਦੀ ਨਾਲ ਹੀ ਲਾਈਵ ਹੋ ਜਾਣੀ ਆ। ਉਹ ਜ਼ਮਾਨੇ ਲੱਦ ਗਏ। ਜੇ ਕੋਈ ਮੂਰਖਤਾਈ ਇਸ ਤਰ੍ਹਾਂ ਦੀ ਕੋਈ ਪੁਲਿਸ ਅਫਸਰ ਕਰੇਗਾ ਤੇ ਫਿਰ ਜਾਵੇਗਾ ਜੇਲ੍ਹ 'ਚੋਂ ਵੀ। ਉਹ ਮੈਂ ਹਾਈ ਕੋਰਟ ਨੂੰ ਵੀ ਦਰਖਾਸਤ ਦਿੱਤੀਆਂ ਵੀ ਇਹ ਮੇਰੇ 'ਤੇ ਕੋਈ ਵੀ ਸਮੈਕ, ਪਿਸਤੌਲ ਜਾਂ ਕਿਸੇ ਕਿਸਮ ਦਾ ਵੀ ਕਰਕੇ ਮੈਨੂੰ ਫੜ ਸਕਦੇ ਆ, ਫਸਾਉਣਾ ਵੇ। ਜਦੋਂ ਮੈਂ ਹਾਈ ਕੋਰਟ ਦਿੱਤਾ ਵੀ ਮੇਰੀ ਸੁਰੱਖਿਆ, ਤੁਹਾਡੇ ਮਾਲ ਜਾਨ ਦੀ ਸੁਰੱਖਿਆ ਤੁਹਾਡੇ ਹੱਥ ਵਿੱਚ ਹੈ। ਬਿਲਕੁਲ ਤੁਸੀਂ ਅਲਰਟ ਰਹੋ। ਅਸੀਂ ਕੋਸ਼ਿਸ਼ ਕਰਾਂਗੇ, ਸਤਿਗੁਰੂ ਕਿਰਪਾ ਕਰਨ। ਸੰਗਤ ਦੇ ਸਹਿਯੋਗ ਨਾਲ ਮੈਂ ਬੇਨਤੀ ਕਰਦਾ ਸੰਗਤ ਨੂੰ ਕਿ ਤੁਸੀਂ ਆਪਣੇ ਘਰ 'ਚ ਕੈਮਰੇ ਲਵਾਓ, CCTV ਕੈਮਰੇ। ਦੇਖੋ ਜੀ, ਮੈਂ ਤਾਂ ਪ੍ਰਾਈਵੇਟ ਜੋਬ ਕਰਦਾ, ਤਨਖਾਹ ਮੇਰੀ 8000 ਰੁਪਈਆ ਵਾ ਜੀ। ਆਹ ਹੁਣ ਸਿਸਟਰ ਖਤਮ ਹੋ ਕਰਕੇ 3-4 ਛੁੱਟੀਆਂ ਲਈਆਂ ਉਹਨਾਂ ਤੋਂ ਜੀ। ਤੇ ਮੈਂ ਤਾਂ ਕੈਮਰੇ ਨਹੀਂ ਰਿਸ਼ਨ ਹੈ ਨਹੀਂ ਕੈਮਰੇ। ਕੋਈ ਗੱਲ ਨਹੀਂ, ਸਤਿਗੁਰੂ ਕਿਰਪਾ ਕਰਨ, ਸੰਗਤ ਲਵਾਏਗੀ। ਇਹ ਕੰਮ ਜਿਹੜਾ ਵਾ ਕੋਈ ਬਹੁਤੀ ਵੱਡੀ ਗੱਲ ਨਹੀਂ। 3-4 ਕੈਮਰੇ 20-25 ਹਜ਼ਾਰ ਦੇ ਲੱਗ ਜਾਂਦੇ ਆ। ਤੇ ਤੁਸੀਂ ਉਹ ਜ਼ਰੂਰ ਜਿਹੜਾ ਵਾ ਅਸੀਂ ਕਰਾਂਗੇ ਵੀ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਐਜ਼ ਸੂਨ ਐਜ਼ ਪੋਸੀਬਲ ਕੋਈ ਗੁਰਮੁਖ ਪਿਆਰਾ ਪਹਿਲਾਂ ਕੈਮਰਿਆਂ ਦੀ ਸੇਵਾ ਜ਼ਰੂਰ ਲੈ ਲਿਓ, ਕਿਉਂਕਿ ਇਹ ਜੰਗ ਅੱਜ ਵੀ ਲੜ ਰਿਹਾ ਪਰਿਵਾਰ। ਕਿਤੇ ਨਾ ਕਿਤੇ ਇਹਨਾਂ ਦੀ ਜਾਨ ਨੂੰ ਖਤਰਾ ਹੈ। ਘਰ ਬਾਹਰ ਕੈਮਰੇ ਲੱਗੇ ਹੋਣ, ਦੂਰ ਨੇੜੇ ਸਾਰੀ ਗੱਲਬਾਤ, ਕੌਣ ਆਉਂਦਾ ਕੌਣ ਜਾਂਦਾ, ਸਾਰੀ ਗੱਲ ਜਿਹੜੀ ਹੋਣੀ ਚਾਹੀਦੀ ਹੈ। ਇੱਕ ਚੰਗਾ ਮੋਬਾਈਲ ਇਹਨਾਂ ਨੂੰ ਜਿਹੜਾ ਲੈ ਕੇ ਦਿਆਂਗੇ ਜਿਹਦੇ 'ਚ ਰਿਕਾਰਡਿੰਗ ਹੋ ਸਕੇ ਹਰ ਗੱਲਬਾਤ ਦੀ। ਜਿਹੜਾ ਵੀ ਕੋਈ ਫੋਨ ਕਰੇਗਾ, ਧਮਕੀ ਦੇਵੇਗਾ, ਕੋਈ ਗੱਲ ਹੀ ਨਹੀਂ। ਅਸੀਂ ਇਸ ਗੱਲ ਦੇ ਅੱਜ ਕੱਲ੍ਹ ਤਾਂ ਹੁਣ ਬੜਾ ਕੁਝ ਹੋ ਗਿਆ। ਹੁਣ ਉਹ ਜ਼ਮਾਨੇ ਨਹੀਂ ਰਹੇ, ਕਿਉਂਕਿ ਠੀਕ ਹੈ ਉਦੋਂ ਕੋਈ ਸੁਣਵਾਈ ਨਹੀਂ ਸੀ। ਪੁਲਿਸ ਨੇ ਬਹੁਤ ਜ਼ਿਆਦਾ ਅਧਿਕਾਰ ਦੇ ਦਿੱਤੇ ਗਏ ਸੀਗੇ। ਖਾਸ ਕਰਕੇ ਜੇ ਤਰਨਤਾਰਨ ਦੀ ਗੱਲ ਕਰੀਏ ਤੇ ਇੱਥੇ ਬਹੁਤ ਜ਼ਿਆਦਾ ਹੱਤ ਹੋਈ ਆ। ਬਹੁਤ ਮੁੰਡਾ ਮਾਰਿਆ ਜੀ ਇਹਨਾਂ ਨੇ, ਬਹੁਤ ਮੁੰਡਾ ਮਾਰਿਆ। ਲਾਗੇ ਪਿੰਡ ਬਾਠ ਆ, ਉਸ ਬਾਠ ਦੇ ਪਿੰਡ ਤੁਹਾਨੂੰ ਪਤਾ ਹੀ ਹੈ ਵੀ ਕਿੰਨਾ ਮੁੰਡਾ ਚੁੱਕ ਕੇ ਮਾਰਿਆ। ਬਿਲਕੁਲ ਠੀਕ, ਬਹੁਤ ਮਿਹਰਬਾਨੀ ਜੀ। ਇਹ ਸਿੰਘ ਜੀ ਵੀਰ ਪ੍ਰਵੀਨ ਕੁਮਾਰ ਜੀ, ਸ਼ਹੀਦ ਭਾਈ ਗੁਲਸ਼ਨ ਕੁਮਾਰ ਜੀ ਦੇ ਭਰਾ, ਜਿਹੜੇ ਅੱਜ ਵੀ ਜਿਹੜੇ ਆ ਇਨਸਾਫ ਲੈਣ ਲਈ ਜਦੋਜਹਿਦ ਕਰ ਰਹੇ ਆ ਔਰ ਬੜਾ ਕੁਝ ਇਹਨਾਂ ਨੂੰ ਭੁਗਤਣਾ ਪੈ ਰਿਹਾ। ਅੱਜ ਇਹਨਾਂ ਨਾਲ ਬੜੇ ਵਿਸਥਾਰ ਦੇ ਨਾਲ ਗੱਲ ਹੋਈ ਆ ਤੇ ਉਸ ਸਮੇਂ ਦੇ ਕੁਝ ਪੁਲਿਸ ਅਧਿਕਾਰੀਆਂ ਦੀਆਂ ਇੰਨੀਆਂ ਘਿਨਾਉਣੀਆਂ ਤੇ ਗੰਦੀਆਂ ਕਰਤੂਤਾਂ ਅੱਜ ਜਿਹੜੀਆਂ ਇਹਨਾਂ ਜੱਗ ਜ਼ਾਹਰ ਕੀਤੀਆਂ ਨੇ, ਵਾਕਿਆ ਹੀ ਉਹਨਾਂ ਨੂੰ ਜਿੰਨੀਆਂ ਲਾਹਨਤਾਂ ਪਾਈਆਂ ਜਾਣ ਉਨੀਆਂ ਹੀ ਥੋੜ੍ਹੀਆਂ ਨੇ। ਇਨਸਾਨੀਅਤ ਦੇ ਨਾਤੇ ਕੋਈ ਵੀ ਪੁਲਿਸ ਅਫਸਰ ਇਹ ਗੱਲ ਸੁਣਦਾ ਤੇ ਕਿਤੇ ਨਾ ਕਿਤੇ ਇਹ ਗੱਲ ਸੋਚਿਓ ਵੀ ਕੋਈ ਪਤਾ ਨਹੀਂ ਜੇ ਲੱਗਦਾ
ਪੁਲਿਸ 'ਚ ਰਹਿੰਦਿਆਂ ਕਿਹੜੇ ਵੇਲੇ ਕਹਿੰਦੇ ਮੁਲਾਜ਼ਮ ਤੇ ਮੁਲਜ਼ਮ ਸਿਰਫ ਇੱਕ ਕੰਨੇ ਦਾ ਫਰਕ ਆ। ਤੇ ਅਕਸਰ ਪੁਲਿਸ ਵਾਲੇ ਕਹਿ ਵੀ ਦਿੰਦੇ ਆ ਕਿ ਸਾਡਾ ਤੇ ਇੱਕ ਪੈਰ ਜਿਹੜਾ ਹਵਾਲਾ 'ਚ ਹੀ ਹੁੰਦਾ। ਕਿਹੜੇ ਵੇਲੇ ਇਹ ਭਾਣਾ ਤੁਹਾਡੇ ਤੇ ਵਰਤ ਜਾਣਾ। ਕਿੰਨੇ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਮੁੜ ਕੇ ਖਾੜਕੂਆਂ ਨਾਲ ਜੋੜ ਕੇ ਇਹਨਾਂ ਆਪ ਮਾਰੇ, ਖਾੜਕੂਆਂ ਦੇ ਨਾਵਾਂ ਦੇ ਉੱਤੇ ਇਹਨਾਂ ਦੇ ਪਰਿਵਾਰ ਆਪ ਮਾਰੇ। ਇਸ ਤਰ੍ਹਾਂ ਵੀ ਕਰਦਾ ਰਿਹਾ ਮਹਿਕਮਾ। ਜੇ ਤੁਸੀਂ ਸਮਝਦੇ ਹੋ ਕੋਈ ਪੁਲਿਸ ਅਫਸਰ ਵੀ ਇਹ ਗੱਲ ਸੁਣਦਾ ਤੇ ਉਹ ਸਮਝਦਾ ਕਿ ਮੈਂ ਕੁਝ ਜ਼ਿਆਦਾ ਬੋਲ ਗਿਆ ਨਾ ਪੁਲਿਸ ਅਫਸਰਾਂ ਦੇ ਵਿਰੁੱਧ, ਤੇ ਬੇਸ਼ੱਕ ਕਮੈਂਟ ਕਰਿਓ, ਮੈਨੂੰ ਡਾਇਰੈਕਟ ਫੋਨ ਕਰਿਓ ਕਿ ਬਲਵਿੰਦਰ ਸਿੰਘ ਤੇਰਾ ਫਰਜ਼ ਨਹੀਂ ਬਣਦਾ। ਤੇ ਜੇ ਇਨਸਾਨੀਅਤ ਉਹਦੇ 'ਚ ਜਿਉਂਦੀ ਆ ਤੇ ਉਹ ਸਮਝਦੇ ਨੇ ਕਿ ਧੀਆਂ ਭੈਣਾਂ ਨਾਲ ਜਿਹੜੀਆਂ ਕਰਤੂਤਾਂ ਦਿਲਬਾਗ ਸਿੰਘ ਤੇ ਗੁਰਬਚਨਾ ਕਰਦੇ ਰਹੇ ਨੇ, ਇਹਨਾਂ ਤੇ ਲਾਹਨਤਾਂ ਹੀ ਪੈਣੀਆਂ ਚਾਹੀਦੀਆਂ ਨੇ। ਤੇ ਇਹ ਗੱਲ ਜਿਹੜੀ ਆ ਇਹ ਵੀ ਨੋਟਿਸ ਦੇ ਵਿੱਚ ਰੱਖਿਓ, ਕਿਉਂਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਅੱਜ ਵੀਰ ਪ੍ਰਵੀਨ ਕੁਮਾਰ ਜੀ ਨੂੰ ਅਸਲ 'ਚ ਇਹ ਅਸੀਂ ਸੇਵਾ ਜਿਹੜੀ ਭੇਟਾ ਕਰਨੀ ਚਾਹੁੰਦੇ ਸੀ ਭੈਣ ਜੀ ਦੇ ਇਲਾਜ ਲਈ। ਭੈਣ ਜੀ ਇੰਦਰਜੀਤ ਕੌਰ ਜਿਹੜੇ ਕਿ ਇਸ ਕੇਸ ਦੇ ਉਹ ਵੀ ਇੱਕ ਮੁੱਖ ਗਵਾਹਾਂ ਦੇ ਵਿੱਚੋਂ ਇੱਕ ਸਨ, ਤੇ ਸਤਿਗੁਰੂ ਜੀ ਦੀ ਕੁਛ ਮਰਜ਼ੀ ਕਿ ਸਾਹਾਂ ਦੀ ਗਿਣਤੀ ਖਤਮ ਹੋ ਗਈ ਤੇ ਉਹ ਇਸ ਜਹਾਨ ਤੋਂ ਰੁਖਸਤ ਹੋ ਗਏ ਨੇ। ਤੇ ਇਹ ਜਿਹੜਾ 20,000 ਰੁਪਈਆ ਇਹ ਵੀਰ ਪ੍ਰਵੀਨ ਕੁਮਾਰ ਜੀ ਦੇ ਸਪੁਰਦ ਅਸੀਂ ਕਰ ਰਹੇ ਹਾਂ। ਇਹ ਜਿਵੇਂ ਠੀਕ ਸਮਝਣ ਆਪਣੇ ਘਰ 'ਚ ਵਿੱਚ ਜਾਂ ਭੈਣ ਦੇ ਹੁਣ ਅਖੰਡ ਪਾਠ ਦੇ ਵਿੱਚ ਜਿਵੇਂ ਠੀਕ ਸਮਝਣ ਇਹ ਸੇਵਾ ਉੱਥੇ ਵਰਤ ਸਕਦੇ ਆ। ਤੇ ਸੰਗਤ ਨੂੰ ਬੇਨਤੀ ਕਰਾਂਗੇ ਕਿ ਇਸ ਪਰਿਵਾਰ ਦੇ ਲਈ ਵੱਧ ਤੋਂ ਵੱਧ ਸਹਿਯੋਗ ਦਿਓ ਤਾਂ ਕਿ ਇਹਨਾਂ ਦੀ ਮੋਰਲ ਸਪੋਰਟ ਬਣੀ ਰਵੇ, ਹਿੰਮਤ ਦਲੇਰੀ ਬਣੀ ਰਵੇ ਕਿ ਸਾਡੇ ਮਗਰ ਸੰਗਤ ਹੈਗੀ ਆ। ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।